सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੇ ਅਹੁਦੇ ਤੋਂ ਵੱਖ ਕੀਤਾ ਗਿਆ ਤੇ ਕਿਹਾ ਇਹ ਗਿਆ ਕਿ ਉਹਨਾਂ ਵੱਲੋਂ ਲਿਖੀ ਚਿੱਠੀ ਨੂੰ ਮੁੱਖ ਰੱਖ ਕੇ ਕਿ ਉਹ ਸਵੈ ਇੱਛਾ ਨਾਲ ਆਪਣੇ ਇਸ ਅਹੁਦੇ ਤੋਂ ਪਾਸੇ ਹੋਣਾ ਚਾਹੁੰਦੇ ਆ ਤੇ ਉਹ ਦਮਦਮਾ ਸਾਹਿਬ ਤਖਤ ਦੇ ਜਥੇਦਾਰ ਜਿਹੜੇ ਆ ਉਹ ਬਣੇ ਰਹਿਣਗੇ। ਸੋ ਇੱਕ ਪੱਖ ਤਾਂ ਇਹ ਹੈ। ਦੂਸਰੇ ਪਾਸੇ ਇਸ ਗੱਲ ਦੀ ਵੀ ਬੜੀ ਚਰਚਾ ਹੈ ਕਿ ਇਹ ਮੌਕਾ ਕਿਉਂ ਚੁਣਿਆ ਗਿਆ ਕਿ ਉਹਨਾਂ ਨੂੰ ਐਕਟਿੰਗ ਜਥੇਦਾਰ ਦੇ ਤੌਰ ਤੇ ਹਟਾ ਦਿੱਤਾ ਗਿਆ ਤੇ ਹੁਣ ਪੂਰੇ ਦੇ ਪੂਰੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਨੂੰ ਬਣਾਇਆ ਗਿਆ ਤੇ ਉਹਨਾਂ ਨੂੰ ਨਾਲ ਦੀ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਅਹੁਦਾ ਵੀ ਦਿੱਤਾ ਗਿਆ, ਜਿਸ ਤੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਸਿੱਖ ਹਲਕਿਆਂ ਵਿੱਚ ਉੱਠ ਰਹੇ ਆ ਕਿ ਇਹ ਸਾਰਾ ਕੁਝ ਇੰਨੀ ਜਲਦੀ ਤੇ ਇੱਕਦਮ ਐਮਰਜੈਂਸੀ ਮੀਟਿੰਗ ਬੁਲਾ ਕੇ ਕਿਉਂ ਕੀਤਾ ਗਿਆ ਤੇ ਨਾਲ ਦੀ ਨਾਲ ਕਿ ਜਦੋਂ ਜਥੇਦਾਰ ਲਾਇਆ ਜਾਂਦਾ ਹੈ ਉਦੋਂ ਉਸ ਦਾ ਕਿਸ ਤਰ੍ਹਾਂ ਮਾਨ ਸਨਮਾਨ ਤੇ ਕਿਸ ਤਰ੍ਹਾਂ ਉਹਦੀ ਸ਼ਾਨੋ ਸ਼ੌਕਤ ਨੂੰ ਬਣਾਇਆ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਅਹੁਦੇ ਤੋਂ ਵੱਖ ਕੀਤਾ ਜਾਂਦਾ ਹੈ ਤੇ ਉਦੋਂ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਹੁੰਦੀ ਹੈ। ਇਹਦੇ ਬਾਰੇ ਵੱਖ-ਵੱਖ ਟਿੱਪਣੀਆਂ ਵੀ ਆਈਆਂ, ਅਸੀਂ ਉਹਨਾਂ 'ਚ ਜਾਣਾ ਨਹੀਂ ਚਾਹੁੰਦੇ, ਪਰ ਇਹ ਜ਼ਰੂਰ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਉਹਨਾਂ ਨੂੰ ਫੌਰੀ ਕਿਉਂ ਹਟਾਇਆ ਗਿਆ, ਕਿਉਂਕਿ ਪਿਛਲੇ ਸਮੇਂ ਦੇ ਅੰਦਰ ਉਹਨਾਂ ਦੇ ਬਾਰੇ 2-3 ਵਿਵਾਦ ਸੀ। ਇੱਕ ਤਾਂ ਉਹਨਾਂ ਨੇ ਜਿਹੜਾ ਹੁਕਮਨਾਮਾ ਸ਼੍ਰੋਮਣੀ ਕਮੇਟੀ ਨੂੰ ਕਰਕੇ ਕਿਹਾ ਸੀਗਾ ਕਿ ਉਹ ਬਕਾਇਦਾ ਜਿਹੜੇ ਗੁਰਬਾਣੀ ਦੇ ਪ੍ਰਸਾਰਣ ਲਈ ਆਪਣਾ ਜਿਹੜਾ ਚੈਨਲ ਹੈ ਉਹ ਬਣਾਵੇ, ਨਾਲ ਦੀ ਨਾਲ ਇਸ ਦੇ ਹੋਰ ਕਈ ਵਿਵਾਦਤ ਮਾਮਲੇ ਸੀ ਜਿਨ੍ਹਾਂ ਬਾਰੇ ਉਹਨਾਂ ਦੀ ਪਹੁੰਚ ਸੀਗੀ, ਤਾਂ ਉਹਦੇ ਉੱਤੇ ਵੀ ਜਿਹੜੇ ਸਿੱਖ ਹਲਕਿਆਂ ਦੇ ਅੰਦਰ ਜਾਂ ਜ਼ਿਆਦਾ ਪ੍ਰਭਾਵਸ਼ਾਲੀ ਲੋਕ ਜਿਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਉੱਤੇ ਅਸਰ ਹੈ ਉਹਨਾਂ ਨੂੰ ਉਹ ਗੱਲਾਂ ਠੀਕ ਨਹੀਂ ਸੀ ਲੱਗਦੀਆਂ। ਇਹ ਸਾਰੀ ਸਥਿਤੀ ਦੇ ਉੱਤੇ ਚਰਚਾ ਕਰਾਂਗੇ। ਦੂਸਰਾ ਇਸੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ ਕਿ ਪੰਜਾਬ ਸਰਕਾਰ ਨੇ ਅੱਜ ਆਪਣੀ ਕੈਬਨਿਟ ਮੀਟਿੰਗ ਕਰਕੇ ਭਗਵੰਤ ਮਾਨ ਹੋਣਾ ਨੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹਨਾਂ ਨੇ ਆਪਣੇ ਮੰਤਰੀ ਮੰਡਲ ਵਿੱਚ ਇਹ ਪ੍ਰਸਤਾਵ ਪਾਸ ਕਰ ਲਿਆ ਕਿ ਮੁਫਤ ਗੁਰਬਾਣੀ ਦੇ ਪ੍ਰਸਾਰਣ ਦੇ ਲਈ ਪ੍ਰਬੰਧ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਐਕਟ ਦੇ ਵਿੱਚ 1925 ਦਾ ਜਿਹੜਾ ਉਹਦੇ ਵਿੱਚ ਸੋਧ ਕੀਤੀ ਜਾਏਗੀ। ਉਸ ਸਬੰਧ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਅੰਦਰ ਬਕਾਇਦਾ ਜਿਹੜਾ ਬਿੱਲ ਲਿਆਂਦਾ ਜਾਏਗਾ ਤੇ ਉਹ ਸੋਧ ਦੇ ਰਾਹੀਂ ਜਿਹੜਾ ਮੁਫਤ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਸ੍ਰੀ ਦਰਬਾਰ ਸਾਹਿਬ ਤੋਂ ਉਸ ਦੇ ਸਾਰੇ ਪ੍ਰਬੰਧ ਜਿਹੜੇ ਕੀਤੇ ਜਾਣਗੇ। ਭਾਵੇਂ ਕਿ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਇਹ ਗੱਲ ਕਹਿ ਰਹੀ ਹੈ ਕਿ ਇਹ ਸਿੱਖਾਂ ਦੇ ਮਾਮਲਿਆਂ 'ਚ ਦਖਲ ਹੈ, ਔਰ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਕੋਈ ਇਸ ਦੇ ਵਿੱਚ ਸੋਧ ਕਰ ਸਕੇ, ਕਿਉਂਕਿ ਜਿਹੜਾ ਗੁਰਦੁਆਰਾ ਐਕਟ ਹੈ ਇਹਦੇ ਵਿੱਚ ਸੋਧ ਸੈਂਟਰ ਗਵਰਨਮੈਂਟ ਹੀ ਕਰ ਸਕਦੀ ਹੈ, ਪਾਰਲੀਮੈਂਟ ਹੀ ਕਰ ਸਕਦੀ ਹੈ। ਸੋ ਇਹ ਦੋ ਜਿਹੜੇ ਮੁੱਖ ਮੁੱਦੇ ਜਿਹੜੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਆ, ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨਾਲ ਜੁੜੇ ਹੋਏ ਆ, ਉਹਨਾਂ ਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਦਾ ਖਾਸ ਕਰਕੇ ਸਿੱਖ ਰਾਜਨੀਤੀ ਤੇ ਸਿੱਖ ਮਾਮਲਿਆਂ ਉੱਤੇ ਇੱਕ ਮੁਹਾਰਤ ਹੈ। ਉਹ ਲੰਮੇ ਸਮੇਂ ਤੋਂ ਇਹਨਾਂ ਸਾਰੇ ਮਾਮਲਿਆਂ ਨੂੰ ਬੜਾ ਨੇੜਿਓਂ ਦੇਖ ਰਹੇ ਹੈ ਔਰ ਇਹਨਾਂ ਦਾ ਆਪਣਾ ਅਧਿਐਨ ਹੈ ਜਿਸ ਅਨੁਸਾਰ ਉਹਨਾਂ ਦੀ ਇੱਕ ਆਪਣੀ ਰਾਏ ਹੈ। ਸਾਰਾ ਜੋ ਕੁਝ ਵੀ ਸਿੱਖ ਜਗਤ 'ਚ ਵਾਪਰ ਰਿਹਾ, ਸਿੱਖ ਰਾਜਨੀਤੀ 'ਚ ਵਾਪਰ ਰਿਹਾ, ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਵਾਪਰ ਰਿਹਾ। ਸੋ ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਜੋ ਕੁਝ ਹੁਣ ਵਾਪਰਿਆ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਤੇ ਉਹਨਾਂ ਦੀ ਨਜ਼ਰ ਵਿੱਚ ਇਸ ਦੇ ਕੀ ਅਰਥ ਨੇ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ, ਸ਼ੁਕਰੀਆ ਜੀ। ਸਿੱਧੂ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਸ਼ੁਰੂ ਕੀਤੀ ਹੈ ਕਿ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਸ਼੍ਰੋਮਣੀ ਕਮੇਟੀ ਨੇ ਆਪਣੀ ਅੰਤਰਿਮ ਕਮੇਟੀ ਦੀ ਹੰਗਾਮੀ ਮੀਟਿੰਗ ਸੱਦ ਕੇ ਜਿਸ ਢੰਗ ਨਾਲ ਉਹਨਾਂ ਨੂੰ ਅਹੁਦੇ ਤੋਂ ਪਾਸੇ ਕਰਕੇ ਤੇ ਨਵਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਾਇਆ ਗਿਆ,
ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਇਸ ਦੇ ਕੀ ਅਰਥ ਲੈਂਦੇ ਹੋ ਕਿ ਇਹਨਾਂ ਹਾਲਤਾਂ 'ਚ ਕਿਉਂ ਫੌਰੀ ਜਿਹੜਾ ਹੈ, ਜਦੋਂ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੈ ਉਹ ਵਿਦੇਸ਼ ਦੌਰੇ ਤੇ ਨੇ ਤੇ ਉਹਨਾਂ ਦੀ ਥਾਂ ਤੇ ਨਵਾਂ ਜਿਹੜਾ ਜਥੇਦਾਰ ਹੈ ਉਹ ਥਾਪ ਦਿੱਤਾ ਗਿਆ? ਦੇਖੋ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਅਕਾਲ ਤਖਤ ਦੇ ਮੁਖੀ ਦੇ ਦੌਰੇ ਤੋਂ ਉਸ ਅਹੁਦੇ ਤੋਂ ਉਤਾਰ ਦੇਣਾ, ਇਹਦੇ ਬਾਰੇ ਵੱਖ-ਵੱਖ ਰਹੇ ਹੈ। ਪਰ ਮੋਟੇ ਲੈਵਲ ਤੇ ਇਹੀ ਲੱਗਦਾ ਵੀ ਇਹ 4.5 ਸਾਲ ਦੇ ਨੇੜੇ ਤੇੜ ਅਕਾਲ ਤਖਤ ਦੇ ਜਥੇਦਾਰ ਰਹੇ ਆ, ਐਕਟਿੰਗ ਰਹੇ ਆ, ਉਹਨਾਂ ਨੂੰ ਰੈਗੂਲਰ ਨਹੀਂ ਕੀਤਾ, ਜਾਂ ਐਕਟਿੰਗ ਦਾ ਕੋਈ ਮੀਨਿੰਗ ਨਹੀਂ ਹੁੰਦਾ। ਜਥੇਦਾਰ ਮੇਨ ਜਥੇਦਾਰ, ਇਹ ਐਕਟਿੰਗ ਉਕਤਾਂ ਵਾਲੀ ਕੋਈ ਪੋਸਟ ਨਹੀਂ ਹੈ। ਇਹ ਵੀ ਜਾਣਬੁੱਝ ਕੇ ਵੀ ਕੱਲ ਨੂੰ ਅਸੀਂ ਜਦੋਂ ਮਰਜ਼ੀ ਉਤਾਰ ਦਈਏ, ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਐਗਜ਼ੀਕਿਊਟਿਵ ਹੈ ਉਹਦਾ ਇਸ ਕਿਸਮ ਦਾ ਸ਼ਬਦ ਨਾਲ ਜੋੜ ਦੇਣਾ, ਜਾਂ ਅਸੀਂ ਕਹਿ ਦੇਣਾ ਵੀ ਜਿਹੜਾ ਇਹਦੇ ਤੇ ਕੰਟਰੋਲ ਕਰਦਾ ਅਕਾਲੀ ਦਲ ਜਾਂ ਇੱਕ ਪਰਿਵਾਰ ਕਰਦਾ ਬਾਦਲ ਪਰਿਵਾਰ, ਉਹਦੇ ਵੱਲੋਂ ਇਹੋ ਜਿਹੇ ਨੁਕਤੇ ਖੜੇ ਕੀਤੇ ਜਾਂਦੇ ਆ ਤਾਂ ਕਰੇ ਕੀਤੇ ਗਏ। ਐਕਟਿੰਗ ਦਾ ਕੋਈ ਮੀਨਿੰਗ ਨਹੀਂ ਬਣਦਾ। ਚਲੋ, ਉਹਨੂੰ ਉਤਾਰ ਦਿੱਤਾ ਗਿਆ, ਇਹਦੇ ਬਾਰੇ ਵੱਖ-ਵੱਖ ਰਹੇ ਆ। ਪਰ ਅਸੀਂ ਬਾਕੀ ਗੱਲਾਂ ਕਿਹੜੇ-ਕਿਹੜੇ ਪੁਆਇੰਟ ਤੇ ਉਹ ਅਕਾਲੀ ਦਲ ਦੇ ਫਿੱਟ ਨਹੀਂ ਸੀ ਆਇਆ, ਅਸੀਂ ਇਹ ਨਹੀਂ ਕਹਿ ਸਕਦੇ। ਅਸੀਂ ਇਹ ਵੀ ਕਹਿ ਸਕਦੇ ਵੀ ਅਕਾਲੀ ਦਲ ਉਹ ਕਹਿੰਦਾ ਸੀ ਸਾਨੂੰ ਅਕਾਲੀ ਦਲ ਮਾਫੀ ਮੰਗਦਾ, ਤੇ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਕਿਹੜੇ ਪੁਆਇੰਟ ਤੋਂ ਮਾਫੀ ਮੰਗਦੇ, ਇਹ ਵੀ ਸੁਖਬੀਰ ਬਾਦਲ ਨੂੰ ਠੀਕ ਨਹੀਂ ਸੀ ਲੱਗਿਆ। ਤਾਂ ਜਾਂ ਇਹ ਵੀ ਠੀਕ ਨਹੀਂ ਸੀ ਲੱਗਿਆ ਵੀ ਤੁਸੀਂ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਉਹਨਾਂ ਨੂੰ 2022 ਦੇ ਵਿੱਚ ਜਦੋਂ ਕਹਿਤਾ ਸੀ ਵੀ 7 ਦਿਨਾਂ ਦੇ ਅੰਦਰ ਅੰਦਰ ਅਸੀਂ ਹੁਣ SGPC ਆਪਣਾ ਚਲਾ ਲਏਗੀ ਚੈਨਲ ਤੇ PTC ਬੰਦ ਕਰ ਦੇਗੀ, ਉਹ ਵੀ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਿਆ। ਹੋਰ ਤਮਾਮ ਇਸ ਕਿਸਮ ਦੇ ਗੱਲਬਾਤ ਹੈ, ਹੋ ਸਕਦੀ ਹੈ। ਪਰ ਫਿਲਹਾਲ ਜਿਸ ਕਿਸਮ ਦਾ ਅਕਾਲ ਤਖਤ ਦੇ ਜਿਸ ਕਿਸਮ ਦਾ ਹੁਣ ਮਸਲਾ ਗਰਮ ਹੋਇਆ ਜਾਂ ਸਰਗਰਮੀ 'ਚ ਹੈ, ਉਹ ਹੈਗਾ ਵੀ ਤੁਸੀਂ ਜਿਹੜੀ ਗੁਰਬਾਣੀ ਦਾ ਪ੍ਰਸਾਰਨ ਹੈ ਤੇ ਇਹ ਜਿਹੜਾ ਪ੍ਰਚਾਰ ਤੇ ਪ੍ਰਸਾਰ ਹੈ ਇਹ ਫ੍ਰੀ ਕੀਤਾ ਜਾਵੇਗਾ ਦਰਬਾਰ ਸਾਹਿਬ ਚੋਂ। ਇਹ PTC ਰਾਹੀਂ ਨਹੀਂ ਹੋਏਗਾ, ਕਿਉਂਕਿ PTC ਦਾ ਚੈਨਲ ਪੇਡ ਚੈਨਲ ਹੈ, ਉਹ ਪੇਡ ਉਹ ਕੇਬਲ ਰਾਹੀਂ। ਸਰ, ਸ਼੍ਰੋਮਣੀ ਕਮੇਟੀ ਦਾ ਕਹਿੰਦੀ ਹੈ ਕਿ ਨਾ ਅਸੀਂ ਉਹਨਾਂ ਤੋਂ ਕੋਈ ਪੈਸੇ ਲੈਨੇ ਆ, ਨਾ ਅਸੀਂ ਦਿੰਨੇ ਆ ਉਹਨਾਂ ਦਾ, ਉਹ ਮੁਫਤ ਪ੍ਰਸਾਰਨ ਕਰਦੇ ਉਹ ਬੇਸ਼ੱਕ ਨਾ ਦੇਵੇ, ਪਰ ਇਹ ਚੈਨਲ ਪੇਡ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਹਨੇ ਇਸ ਚੈਨਲ ਨੂੰ ਲੈਣਾ ਉਹਨੂੰ ਪੈਸੇ ਦੇਣੇ ਪੈਂਦੇ, ਉਹ ਕੇਬਲ ਰਾਹੀਂ ਦੇਵੇ, ਕਿਸੇ ਹੋਰ ਥਾਂ ਦੇਵੇ, ਇਹ ਕੋਈ ਫ੍ਰੀ ਨਹੀਂ ਆ ਰਿਹਾ ਉਹਦੇ ਕੋਲੇ, ਚੈਨਲ ਪੇਡ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬੇਸ਼ੱਕ ਉਹ ਆਉਂਦੇ ਦਿਖਾਉਂਦੇ ਆ ਅੰਦਰ ਆਪਦੇ ਅਕਾਊਂਟਸ ਵਿੱਚ ਕੀ ਕਰਦੇ ਆ, ਆਪਦੀਆਂ ਕਿਤਾਬਾਂ 'ਚ ਕਿਸ ਕਿਸਮ ਦਾ ਕੋਈ ਕਰਦੇ ਆ ਸਿਸਟਮ, ਇਹ ਅਸੀਂ ਨਹੀਂ ਇਹਦੇ ਬਾਰੇ ਜਾਣਨਾ ਚਾਹੁੰਦੇ। ਪਰ ਇਹ ਚੈਨਲ ਪੇਡ ਚੈਨਲ ਹੈ ਤੇ ਇਸ ਕਰਕੇ ਇਹ ਪੇਡ ਚੈਨਲ ਹੈ। ਇਹ ਚੈਨਲ ਦੀ ਸਾਰੀ ਜਿਹੜੀ ਪਪੂਲੈਰਿਟੀ ਹੈ ਜਾਂ ਜਿਹੜੀ ਸਾਰੀ ਉਹਦੀ ਜਿਹੜਾ TRP ਹੈ, ਇਹ ਜੁੜੀ ਗੁਰਬਾਣੀ ਨਾਲ ਹੈ, ਦੇਸ਼ਾਂ ਵਿਦੇਸ਼ਾਂ 'ਚ ਸਾਰੇ ਕਾਸੇ ਤਾਂ। ਤੇ ਇਸੇ ਕਰਕੇ ਇੰਨੇ ਰੌਲੇ ਦੇ ਬਾਵਜੂਦ ਵੀ ਪੰਜਾਬ ਦੀ ਅਸੈਂਬਲੀ ਨੇ ਪਹਿਲਾਂ ਵੀ ਰੈਜ਼ੋਲੂਸ਼ਨ ਪਾਇਆ ਸੀਗਾ ਵੀ ਤੁਸੀਂ PRTC ਜਿਹੜਾ PTC ਹੈ ਇਸ ਦੇ ਕੋਲੇ ਨਹੀਂ ਕੰਟਰੋਲ ਚਾਹੀਦਾ, ਇਹ ਓਪਨ ਚਾਹੀਦਾ, ਕਿਉਂਕਿ ਜਿੰਨੇ ਵੀ ਵੱਡੇ ਧਾਰਮਿਕ ਅਦਾਰੇ ਹੈ, ਮੁਸਲਮਾਨਾਂ ਦੇ, ਹਿੰਦੂਆਂ ਦੇ, ਕ੍ਰਿਸਚੀਅਨ ਦੇ, ਉਹ ਸਾਰੇ ਜਿਹੜੇ ਵੀ ਆਪਦਾ ਪ੍ਰਚਾਰ ਕਰਦੇ ਆ ਫ੍ਰੀ ਆਫ ਕਾਸਟ ਹੈ। ਉਹ ਅੱਗੇ ਚੈਨਲਾਂ ਤੋਂ ਲਿੰਕ ਦੇ ਦਿੰਦੇ ਆ ਲੋਕਾਂ ਨੂੰ, ਸਭ ਨੂੰ ਜਿਹਨੇ ਲਿੰਕ ਲੈਣਾ ਹੋਵੇ ਲੈ ਕੇ ਫ੍ਰੀ ਕਰੇ, ਉਹ ਫ੍ਰੀ ਲਿੰਕ ਦਿੰਦੇ ਆ, ਇਹ ਨਹੀਂ ਦਿੰਦੇ ਕਿਸੇ ਨੂੰ ਲਿੰਕ, ਇਹਨਾਂ ਦੇ ਰਾਹੀਂ ਹੁੰਦਾ, ਇਹਨਾਂ ਦੀ ਮੋਨੋਪਲੀ ਹੈ। ਤੇ ਇਸ ਕਰਕੇ ਸਾਨੂੰ ਇਹ ਗੱਲ ਭੁੱਲਣਾ ਨਹੀਂ ਚਾਹੀਦੀ ਵੀ ਇਹ ਇਹਦੇ ਕੰਟਰੋਲ 'ਚ ਹੈ। ਇਸੇ ਕਰਕੇ ਇਹਦਾ ਜਿਹੜਾ ਰੌਲਾ ਪੈਣਾ ਹੀ ਸੀ, ਇੱਕ ਦਿਨ ਪੈਣਾ ਸੀ, ਪਹਿਲਾਂ ਕਾਫੀ ਦੇਰ ਤੋਂ ਪੈ ਰਿਹਾ। PTC ਦੇ ਜਿਹੜੇ ਜਦੋਂ ਉਹਦੀ ਗੜਬੜ ਹੋ ਗਈ ਸੀ ਸਾਰੀ ਮੁਹਾਲੀ 'ਚ ਪਿਛਲੇ ਸਾਲ ਮਾਰਚ ਦੇ ਮਹੀਨੇ 'ਚ, ਉਹਦੇ ਕੁਛ ਉਹਦੇ ਬੰਦੇ ਜਿਹੜੇ ਟੌਪ ਦੇ ਸੀ ਉਹ ਫੜੇ ਗਏ ਸੀ ਕਿਸੇ ਹੋਰ ਇਹੋ ਜਿਹੇ ਖਾਸ ਇਤਰਾਜ਼ਯੋਗ ਕੰਮ ਦੇ ਵਿੱਚ। ਹਾਂਜੀ, ਤੇ ਇਸ ਕਰਕੇ ਬੇਸ਼ੱਕ ਉਹ ਬਰੀ ਹੋ ਗਏ, ਕੋਰਟਾਂ 'ਚੋਂ ਕੁਛ ਵੀ ਹੋ ਗਏ, ਪਰ ਲੋਕਾਂ ਦੇ ਮਨ 'ਚ ਉਦੋਂ ਦਾ ਖੜਾ, ਉਦੋਂ ਹੀ ਰੌਲਾ ਪਾਇਆ ਸੀਗਾ ਵੀ PTC ਨਹੀਂ ਕਰ ਸਕਦਾ ਤੇ ਉਹਦੇ ਰਾਹੀਂ ਨਹੀਂ ਹੋਣਾ ਚਾਹੀਦਾ। ਚਲੋ, ਇਹ ਕਾਫੀ ਦੇਰ ਦਾ ਸਮਾਂ ਇਹ ਲੰਘ ਗਿਆ ਸੀ। ਹੁਣ ਜਿਹੜਾ ਮਸਲਾ ਹੈ, ਪਹਿਲੀ ਗੱਲ ਤਾਂ ਇੱਕ ਆਪਾਂ ਇਹ ਗੱਲ ਸਪਸ਼ਟ ਕਰ ਦਈਏ ਵੀ ਅਕਾਲ ਤਖਤ ਦਾ ਜਥੇਦਾਰ SGPC ਦਾ EMPLOYE ਨਹੀਂ ਹੋ ਸਕਦਾ, SGPC ਦਾ EMPLOYE ਹੋਣਾ ਵੀ ਨਹੀਂ ਚਾਹੀਦਾ। ਉਹਦੇ ਲਈ ਵਿਧੀ ਵਿਧਾਨ ਉਹ ਪੰਥ ਦਾ ਜਥੇਦਾਰ ਹੋਣਾ ਚਾਹੀਦਾ, ਨਾ ਕਿ ਇੱਕ ਪਾਰਟੀ ਦਾ ਜਥੇਦਾਰ ਬਣ ਜਾਂਦਾ, ਪਾਰਟੀ ਛੱਡ ਕੇ ਇੱਕ ਪਰਿਵਾਰ ਦਾ ਜਥੇਦਾਰ ਬਣ ਜਾਂਦਾ। ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਸਿੱਖ ਭਾਈਚਾਰਾ, ਸਿੱਖ ਸੰਗਠਨ ਹੈਗੇ ਆ ਵੱਖ-ਵੱਖ, ਉਹ ਤਾਂ ਲੰਮੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਹੀ ਰਹੇ ਹੈ ਕਿ ਜਥੇਦਾਰ ਦੀ ਜਿਹੜੀ ਨਿਯੁਕਤੀ ਹੈ ਤੇ ਸੇਵਾ ਮੁਕਤੀ ਹੈ ਤੇ ਸੇਵਾ ਕਾਲ ਹੈ ਜਿਹੜਾ, ਉਹਦੇ ਲਈ ਇੱਕ ਵੱਖਰੇ ਜਿਹੜੇ ਨਿਯਮ ਹੋਣੇ ਚਾਹੀਦੇ ਆ,
ਔਰ ਜਿਹੜਾ ਜਥੇਦਾਰ ਹੈ ਉਹ ਸਰਵ ਪ੍ਰਵਾਨਿਤ ਹੋਣਾ ਚਾਹੀਦਾ, ਸਿਰਫ ਸ਼੍ਰੋਮਣੀ ਕਮੇਟੀ ਨੂੰ ਪ੍ਰਵਾਨਿਤ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਇਹ ਸ਼੍ਰੋਮਣੀ ਕਮੇਟੀ ਹੀ ਜਿਸ ਤਰੀਕੇ ਨਾਲ ਉਤਾਰਦੀ ਹੈ, ਲਾਉਂਦੀ ਹੈ, ਉਸ ਨੂੰ ਅਪਾਇੰਟ ਕਰ ਦਿੰਦੀ ਹੈ, ਇਹ ਬਿਲਕੁਲ ਨਹੀਂ ਚਾਹੀਦਾ। ਬਹੁਤ ਦੇਰ ਦੀ ਇਹ ਪੰਥ ਦੀ ਮੰਗ ਹੈ ਜਾਂ ਸਿੱਖਾਂ ਦੀ ਮੰਗ ਹੈ। ਤੇ ਇਹ ਜਦੋਂ ਇੱਕ ਗੱਲ ਕਲੀਅਰ ਹੈ ਬਿਲਕੁਲ, ਅਕਾਲੀ ਦਲ ਬਾਦਲ ਰਿਪਰੈਜ਼ੈਂਟ ਨਹੀਂ ਕਰਦਾ ਸਾਰੇ ਪੰਥ ਨੂੰ, ਉਹ ਇੱਕ ਪੋਲੀਟੀਕਲ ਪਾਰਟੀ ਹੈ। ਉਹ ਵੀ ਸਿੱਖਾਂ ਨੇ ਕਾਫੀ ਦੇਰ ਦੇ ਵਿੱਚ ਪੰਜਾਬ ਦੇ ਵਿੱਚ ਡਿਸਕਾਰਡ ਕਰ ਛੱਡੀ ਹੈ, ਉਹਨੂੰ ਰਿਜੈਕਟ ਕਰ ਛੱਡਿਆ। ਤੁਸੀਂ ਦੇਖੋ ਵੀ 2 ਇਲੈਕਸ਼ਨਾਂ ਹਾਰ ਗਿਆ ਉਹ ਲਗਾਤਾਰ। ਬਾਹਰਲੇ ਮੁਲਕਾਂ ਦੇ ਵਿੱਚ ਬਾਦਲ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਨਹੀਂ ਆ ਸਕਦਾ, ਕਿਸੇ ਗੁਰੂ ਧਾਮ 'ਚ ਨਹੀਂ ਆ ਸਕਦਾ, ਬਾਹਰਲੇ ਮੁਲਕਾਂ 'ਚ ਵੀ ਨਹੀਂ ਸਕਦਾ। ਡਾਇਸਪੋਰਾ ਦਾ ਸਿੱਖ ਵੀ ਕਾਫੀ ਇੰਪੋਰਟੈਂਟ ਹੈ, ਤੇ ਇਸ ਕਰਕੇ ਉਹਨੂੰ ਕਿਵੇਂ ਕਹਿ ਸਕਦੇ ਆ ਵੀ ਉਹ ਪ੍ਰਤੀਨਿਧਤਾ ਕਰਦਾ ਇੱਕ ਬਾਦਲ ਪਰਿਵਾਰ, ਉਹ ਕਿਸੇ ਨੂੰ ਅਪਾਇੰਟ ਕਰਦੇ, ਕਿਸੇ ਨੂੰ ਲਾ ਦੇ। ਵੈਸੇ ਵੀ ਸਿੱਧੂ ਸਾਹਿਬ, ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਸੀਗੀ ਜਿਹੜੀ, ਉਹਨੂੰ ਦਿੱਲੀ ਤੋਂ ਵੀ ਬਾਹਰ ਕਰ ਦਿੱਤਾ ਗਿਆ, ਹਰਿਆਣੇ ਤੋਂ ਵੀ ਬਾਹਰ ਕਰ ਦਿੱਤਾ ਗਿਆ। ਉਸ ਦੇ ਇੱਥੋਂ ਦੀ ਗੱਲ ਛੱਡੋ, ਉਹਦਾ ਕੋਈ ਬੋਰਡ ਤੇ ਹਜੂਰ ਸਾਹਿਬ ਦੇ ਬੋਰਡ ਤੇ ਕੋਈ ਕੰਟਰੋਲ ਨਹੀਂ, ਪਟਨਾ ਸਾਹਿਬ ਦੇ ਬੋਰਡ ਤੇ ਕੋਈ ਕੰਟਰੋਲ ਨਹੀਂ। ਇਹ ਵੀ ਸਾਰਾ ਕੁਝ ਹੈ। ਹਿਮਾਚਲ ਦੇ ਵਿੱਚ ਵੀ ਉਹਦੇ ਕੋਲੇ ਬੋਰਡ ਬਣਿਆ ਹੋਇਆ ਪੌਂਟਾ ਸਾਹਿਬ ਦਾ, ਤੇ ਉਹ ਕਿੱਥੇ ਕੰਟਰੋਲ ਨਹੀਂ ਹੈ। ਥੋੜੇ ਜਿਹੇ ਗੁਰਦੁਆਰੇ ਉਹਨਾਂ ਕੋਲੇ ਇੱਥੇ ਹੀ ਹੈ ਸਾਰੇ। ਤੇ ਤੁਸੀਂ ਇਹ ਵੀ ਸਾਰਾ ਇੰਨਾ ਵੱਡਾ ਪੰਥ ਤੋਂ ਬਾਹਰ ਨਿਕਲਦਾ। ਤੇ ਇਸ ਕਰਕੇ ਜਿਹੜੀ ਕੋਈ ਸਿੱਖ ਮਰਜ਼ਾਦਾ, ਸਿੱਖ ਰਹੁ ਰੀਤਾਂ, ਸਿੱਖ ਗੁਰਬਾਣੀ ਦਾ ਜਿਹੜਾ ਇੰਟਰਪ੍ਰੀਟੇਸ਼ਨ ਹੈ, ਉਹਦੀ ਵਿਆਖਿਆ, ਇਹ ਸਾਰੇ ਨੂੰ ਇੱਕ ਖਾਸ ਕਿਸਮ ਦਾ ਅਕਾਲ ਤਖਤ ਦਾ ਜਥੇਦਾਰ ਉਸ ਦੀ ਇੱਕ ਮਰਜ਼ਾਦਾ ਨੂੰ ਮਤਲਬ ਕਿ ਵੀ ਉਸਨੇ ਐਕਸਪਲੇਨ ਕਰਨਾ ਚਾਹੀਦਾ, ਮਰਜ਼ਾਦਾ ਦਾ ਕਸਟੋਡੀਅਨ ਹੋਣਾ ਚਾਹੀਦਾ। ਉਹੀ ਸਾਰਾ ਕੁਝ ਦੇਖੇ, ਇਹਦਾ ਮਤਲਬ ਹੀ ਇਹੀ ਬਣਦਾ ਸਾਰਾ। ਪਰ ਜਿਵੇਂ ਪੋਪ ਹੈ ਹੋਰਾਂ ਚ ਜਾਂ ਹੋਰਾਂ ਦੇ ਵਿੱਚ ਸਾਰੇ ਹੈਗੇ ਆ, ਸਾਰੇ ਧਰਮਾਂ ਦੇ ਵਿੱਚ ਇਸ ਕਿਸਮ ਦਾ ਉਹਦਾ ਚਾਹੀਦਾ, ਪਰ ਨਹੀਂ, ਇਹ ਇੱਕ ਮੁਲਾਜ਼ਮ ਦੇ ਲੈਵਲ ਤੇ ਉਹਨੂੰ ਪੋਲੀਟੀਕਲ ਲੈਵਲ ਤੇ ਯੂਜ਼ ਕਰਦੇ ਆ। ਹੁਣ ਸਵਾਲ ਤਾਂ ਇਹ ਹੋ ਗਿਆ ਫਿਲਹਾਲ ਤਾਂ ਪਹਿਲਾਂ ਵੀ ਇਹ ਕਹਿੰਦੇ ਪੰਥ ਦੇ ਵਿੱਚ ਇਹ ਸਿੱਖਾਂ ਦੇ ਧਾਰਕ ਮਾਮਲਿਆਂ ਵਿੱਚ ਆਹ ਭਗਵੰਤ ਮਾਨ ਦੀ ਗੌਰਮੈਂਟ ਹੁਣ ਜੀ ਨੇ ਫੈਸਲਾ ਕਰ ਲਿਆ ਵੀ ਅਸੀਂ ਇਹਦੇ ਚ ਅਸੀਂ ਫ੍ਰੀ ਗੁਰਬਾਣੀ ਲਈ ਅਸੀਂ ਇਹ ਅਮੈਂਡਮੈਂਟ ਕਰਾਂਗੇ। ਮਤਲਬ ਕੋਈ ਵੀ ਚੈਨਲ ਜਿਹੜਾ ਉਹ ਇਹਦਾ ਪ੍ਰਸਾਰਣ ਕਰ ਸਕਦਾ, ਇਹ ਕਰ ਲਿਆ। ਇਹ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਹੈ, ਕਿਉਂਕਿ ਦਖਲਅੰਦਾਜ਼ੀ ਤਾਂ ਐਕਟ ਬਣਨਾ ਹੀ ਸਿੱਖ ਧਰਮ ਵਿੱਚ ਦਖਲਅੰਦਾਜ਼ੀ ਸੀ। ਇੱਕ ਛੋਟੀ ਜਿਹੀ ਕਮਿਊਨਿਟੀ ਹੋਵੇ ਸਿੱਖਾਂ ਦੀ, 2% ਤੋਂ ਵੱਧ ਕਦੇ ਦੇਸ਼ ਵਿੱਚ ਪਾਪੂਲੇਸ਼ਨ ਨਾ ਹੋਵੇ, ਵੱਧ ਘੱਟ ਹੀ ਰਹੀ ਹੋਵੇ ਹਮੇਸ਼ਾ, ਹੁਣ ਵੀ 1.7% ਹੈ। ਉਹ ਇੰਨੀ ਛੋਟੀ ਪਾਪੂਲੇਸ਼ਨ ਦੇ ਗੁਰਦੁਆਰੇ, ਖਾਸ ਕਰਕੇ ਜਿਹੜਾ ਸਾਰੇ ਮੇਨ ਉਹਨਾਂ ਦਾ ਸਥਾਨ ਹੈ ਧਰਮ ਦਾ, ਉਹਨੂੰ ਕੰਟਰੋਲ ਕਰੇ ਦਿੱਲੀ ਸਭ ਤੇ। ਇਹ ਦਿੱਲੀ ਵਿਰੁੱਧ ਰੌਲਾ ਪਾਈ ਜਾਂਦੇ ਆ, ਦਿੱਲੀ ਸਰਕਾਰ ਐ ਕਰਦੀ ਆ, ਉਹ ਹਿੰਦੂ ਸਰਕਾਰ ਹੈ, ਉਹ ਇਹ ਕਰ ਰਹੀ ਆ, ਉਹ ਕਰ ਰਹੀ ਆ, ਸਿੱਖਾਂ ਵਿਰੁੱਧ ਵਿਤਕਰਾ ਕਰ ਰਹੀ ਆ। ਇੱਕ ਪਾਸੇ ਇਹ ਰੌਲਾ ਪੈ ਜਾਂਦਾ। ਬਾਕੀ 100 ਸਾਲ ਦਾ ਪਹਿਲਾਂ ਅੰਗਰੇਜ਼ੀ ਸਰਕਾਰ ਸੀ, ਉਹ ਕੰਟਰੋਲ ਕਰਦੀ ਸੀ ਗੁਰਦੁਆਰਾ ਐਕਟ ਦੇ ਰਾਹੀਂ। 100 ਸਾਲ ਲੰਘ ਗਿਆ, ਕਿਸੇ ਨੇ ਉਹੀ ਗੁਰਦੁਆਰਾ ਐਕਟ 1925 ਦੇ ਵਿੱਚ ਕਿਸੇ ਨੇ ਵੀ ਅਜੇ ਤੱਕ ਅਮੈਂਡਮੈਂਟ ਨਹੀਂ ਕੀਤੀ, ਜਿਹਦੇ ਥੱਲੇ ਐਸਜੀਪੀਸੀ ਬਣਦੀ ਹੈ। ਨਾ ਅਮੈਂਡਮੈਂਟ ਦੀ ਗੱਲ ਸੋਚੀ ਹੈ। ਇਹ ਬਿਲਕੁਲ ਲੱਗਦਾ ਵੀ ਅੰਗਰੇਜ਼ਾਂ ਦੇ ਸਿੱਖਾਂ ਨੇ, ਉਦੋਂ ਦੀ ਲੀਡਰਸ਼ਿਪ ਅੰਗਰੇਜ਼ਾਂ ਨਾਲ ਜੁੜ ਕੇ ਚੱਲੀ ਸੀ, 47 ਤੱਕ ਚੱਲਦੀ ਰਹੀ ਹੈ, ਕੋਈ ਇਹ ਮਸਲਾ ਨਹੀਂ ਉਠਾਇਆ। 47 ਤੋਂ ਬਾਅਦ ਆਜ਼ਾਦ ਹੋ ਗਏ, ਪਰ ਫਿਰ ਵੀ ਜਿਹੜਾ ਸਿੱਖ ਪੰਥ ਹੈ ਜਾਂ ਸਿੱਖਾਂ ਦੇ ਧਾਰਮਿਕ ਅਦਾਰੇ ਹੈ, ਹਰਮੰਦਰ ਸਾਹਿਬ ਹੈ, ਦਰਬਾਰ ਸਾਹਿਬ ਹੈ, ਹੋਰ ਤਖਤ ਹੈ, ਉਹ ਕੋਈ ਆਜ਼ਾਦ ਨਹੀਂ ਹੋਏ। ਇਹ ਕਿਉਂਕਿ ਉਹਨਾਂ ਦੀ ਸਾਰੀ ਗੱਲਬਾਤ ਅਲਟੀਮੇਟਲੀ ਕੀ ਹੋਇਆ ਵੀ ਬਾਕੀ ਥਾਵਾਂ ਤੇ ਤਾਂ ਬੀਜੇਪੀ ਦੇ ਹੁਣ ਜਥੇਦਾਰ ਹੀ ਬੀਜੇਪੀ ਦੇ ਬਣਨ ਲੱਗੇ। ਹੋਰ ਕਈ ਥਾਵਾਂ ਤੇ ਦਰਬਾਰ ਸਾਹਿਬ ਨੂੰ ਛੱਡੋ, ਇੱਥੇ ਸਿੱਧਾ ਬੀਜੇਪੀ ਦਾ ਦਖਲਅੰਦਾਜ਼ੀ ਭਾਵੇਂ ਰੋਕੀ ਜਾਂਦੀ ਹੈ, ਉਹ ਦਿਖਾਈ ਨਹੀਂ ਦਿੰਦੀ, ਪਰ ਇਨਡਾਇਰੈਕਟਲੀ ਹੁੰਦੀ ਹੈ। ਫਿਰ ਤੁਸੀਂ ਐਸਜੀਪੀਸੀ ਦੇਖੋ, ਐਕਟ ਜਿਹਦੇ ਵਿਰੁੱਧ ਤੁਸੀਂ ਕੁਝ ਨਹੀਂ ਕਰਦੇ, ਜਿਹਦੀ ਚੋਣ ਸਾਰੀ ਦਿੱਲੀ ਦੇ ਹੱਥ 'ਚ ਹੈ। ਉਹ ਤੁਹਾਡੇ 20 ਸਾਲ ਨਾਲ ਚੋਣ ਕਰਾਵੇ, 15 ਸਾਲ ਨਾਲ ਕਰਾਵੇ, 10 ਸਾਲ ਨਾਲ ਕਰਾਵੇ, ਜਿਹੜੀ ਪਾਰਟੀ ਨੂੰ ਉਹਨਾਂ ਨੇ ਪਾਵਰ 'ਚ ਲਿਆਉਣਾ ਹੋਵੇ ਉਹਦੀ ਜਦੋਂ ਪਤਾ ਲੱਗਦਾ ਹੋਵੇ ਵੀ ਉਹ ਕਾਬਜ਼ ਹੋ ਜੂਗੀ, ਉਦੋਂ ਚੋਣ ਕਰਾ ਦਿਓ। ਇਹ ਸਾਰਾ ਮਜ਼ਾਕ ਹੈ ਸਿੱਖਾਂ ਦਾ, ਐਡੀ ਛੋਟੀ। ਤੇ ਸਿੱਖ ਜੇ ਵੱਡੀਆਂ ਡੀਂਗਾਂ ਬਹੁਤ ਮਾਰਦੇ ਆ ਬਾਹਰ ਵਾਲੇ ਵੀ। ਇਹ ਵੀ ਸਵਾਲ ਆ ਰਿਹਾ, ਨਾਲ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਜਿਹੜੀ ਹੁਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਤਾਂ ਗੈਰ ਸੰਵਿਧਾਨਕ ਹੈ, ਕਿਉਂਕਿ ਇਹਦੀ ਪਿਛਲੇ ਲਗਭਗ 10-12 ਸਾਲ ਤੋਂ ਚੋਣ ਹੀ ਨਹੀਂ ਹੋਈ। ਦੇਖੋ 2011 ਦੀ ਚੋਣ ਹੋਈ ਹੈ, ਉਦੋਂ ਪਿੱਛੇ ਚੋਣ ਨਹੀਂ ਹੋਈ। ਇਸ ਕਰਕੇ ਬਿਲਕੁਲ ਹੀ ਕੋਈ ਇਹ ਰੂਲ ਨਹੀਂ ਹੈ 5 ਸਾਲ ਤੱਕ। ਜੇ 5 ਸਾਲ ਦਾ ਪੀਰੀਅਡ ਲੰਘ ਜੇ ਤਾਂ ਉਹ ਆਪਣੇ ਆਪ ਹਾਊਸ ਡਿਜ਼ਾਲਵ ਹੋਣਾ ਚਾਹੀਦਾ।
ਤੁਸੀਂ ਦੇਖੋ ਵੀ ਅਸੈਂਬਲੀ 5 ਸਾਲ ਦੇ ਪਿੱਛੋਂ ਡਿਜ਼ਾਲਵ ਹੋ ਜਾਂਦੀ ਹੈ, ਪਾਰਲੀਮੈਂਟ ਡਿਜ਼ਾਲਵ ਹੋ ਜਾਂਦੀ ਹੈ, ਦੁਨੀਆ ਦੇ ਸਾਰੇ ਅਦਾਰੇ ਹੁੰਦੇ ਆਪਦਾ ਟਰਮ ਹੈ, ਇੱਕੋ ਟਰਮ ਤੋਂ ਬਾਅਦ ਡਿਜ਼ਾਲਵ ਹੋ ਦਿੱਤੇ ਜਾਂਦੇ, ਉਹਦੀ ਥਾਂ ਤੇ ਚਲੋ ਕੋਈ ਐਡਮਿਨਿਸਟ੍ਰੇਟਰ ਲਾ ਦਿਓ, ਕੁਛ ਲਾ ਦਿਓ, ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ। ਪਰ ਇਹ ਡਿਜ਼ਾਲਵ ਹੀ ਨਹੀਂ ਹੋਈ, ਉਹ ਸਾਰੇ ਬੰਦੇ ਉਵੇਂ ਦੇ ਉਵੇਂ ਤੁਰੇ ਆਉਂਦੇ ਆ। 17 ਸਾਲ ਤੱਕ ਪਿਛਲੀ ਵਾਰੀ ਬੰਦੇ ਰਹੇ ਹੋ। ਇਸ ਕਰਕੇ ਇਹ ਬੜਾ ਮਜ਼ਾਕ ਹੈ। ਐਸਜੀਪੀਸੀ ਆ ਸਾਰੀ, ਇਹ ਐਕਟ ਹੀ ਆਪਣੇ ਆਪ ਚ ਮਜ਼ਾਕ ਸੀ, ਜਿਹਦੇ ਵਿਰੁੱਧ ਸਿੱਖਾਂ ਨੇ 100 ਸਾਲ ਤੱਕ ਕੋਈ ਤਬਦੀਲੀ ਨਹੀਂ ਕਰਨ ਦਿੱਤੀ, ਕਿਸੇ ਤਬਦੀਲੀ ਬਾਰੇ ਸੋਚਿਆ ਨਹੀਂ। ਇਹ ਐਕਟ ਸਿੱਖਾਂ ਦੇ ਗਲ ਵਿੱਚ ਫਾਹੀ ਪਾਈ ਵੀ ਸੀਗੀ, ਗਲ ਵਿੱਚ ਇੱਕ ਤਰੀਕੇ ਦਾ ਫੰਦਾ ਪਾਇਆ ਵਾ, ਇਹ ਅੰਗਰੇਜ਼ਾਂ ਨੇ ਪਾਇਆ ਸੀ, ਇਹ ਲਾ ਹੀ ਨਹੀਂ ਸਕੇ ਬਾਅਦ ਚ ਵੀ। ਤੁਸੀਂ ਉਸ ਵੇਲੇ ਦਾ ਜਿਹੜਾ ਲੈਫਟੀਨੈਂਟ ਗਵਰਨਰ ਸੀ ਹੇਲੀ, ਉਹਨੇ ਲਿਖ ਕੇ ਛੱਡਿਆ ਵੀ ਮੈਂ ਸਿੱਖਾਂ ਦੇ ਗਲ ਚ ਕਮੇਟੀ ਦਾ ਐਕਟ ਦਾ ਇਹੋ ਜਿਹਾ ਫੰਦਾ ਪਾ ਚੁੱਕਿਆ ਵੀ ਇਹ ਕਈ ਪੁਸ਼ਤਾਂ ਤੱਕ ਲਾ ਨਹੀਂ ਸਕਣਗੇ। ਨਹੀਂ ਲਿਆ ਹਜੇ ਤੱਕ, ਸੋਚਦੇ ਵੀ ਨਹੀਂ ਵੀ 100 ਸਾਲ ਹੋ ਗਏ ਐਕਟ 'ਚ ਕੋਈ ਬੇਸਿਕ ਤਬਦੀਲੀ ਕਰ ਦਈਏ, ਬੇਸਿਕ ਤਬਦੀਲੀ ਵੀ ਨਹੀਂ ਕੀਤੀ। ਹੁਣ ਐਕਟ ਦੇ ਵਿੱਚ ਇਹ ਹੈ ਵੀ ਐਸਜੀਪੀਸੀ ਦੇ ਐਕਟ ਦੇ ਵਿੱਚ ਬਿਲਕੁਲ ਵੀ ਸਾਰੇ ਦੇ ਸਾਰੇ ਜਿਹੜਾ ਵੱਡਾ ਹਾਊਸ ਹੈ ਉਹ ਪੰਜਾਬ 'ਚੋਂ ਚੁਣਿਆ ਜਾਂਦਾ। ਚੰਡੀਗੜ੍ਹ ਵੀ ਚੋਂ ਇੱਕ ਚੁਣਿਆ ਜਾਂਦਾ, ਉਹ ਵੀ ਚੰਡੀਗੜ੍ਹ ਹੀ ਆਲਮੋਸਟ ਪੰਜਾਬ ਦਾ ਹਿੱਸਾ ਤੁਸੀਂ ਸਿੱਖ ਮੰਨਦੇ ਹਜੇ। ਇੱਕ ਬੰਦਾ ਹਿਮਾਚਲ ਤੋਂ ਚੁਣਿਆ ਜਾਂਦਾ। ਸਪਸ਼ਟ ਕਰਿਓ ਕਿ ਜਿਹੜਾ ਐਕਟ ਹੈ ਉਹਦੇ ਤਹਿਤ ਹੀ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ। ਐਕਟ ਵਿੱਚ ਕੋਈ ਕੁਛ ਨਹੀਂ ਹੈ, ਉੱਥੇ ਹੈੱਡ ਪ੍ਰੀਸਟ ਐਰਾ ਵਗੈਰਾ ਉਸ ਤੇ ਇਹ 56 ਚ ਇਹਨਾਂ ਨੇ 1956 ਚ ਇਹ ਜਥੇਦਾਰ ਦਾ ਇੱਕ ਵੱਖਰਾ ਜਿਹਾ ਬਣਾਤਾ। ਕੁਛ ਜਥੇਦਾਰ ਤਾਂ 47 ਤੋਂ ਪਹਿਲਾਂ ਵੀ ਰਹੇ ਆ, ਪਰ ਇਸ ਦਾ ਇਸ ਨੂੰ ਇਸ ਕਿਸਮ ਦਾ ਕੋਈ ਜਥੇਦਾਰ ਦਾ ਅਹੁਦਾ ਨਹੀਂ ਹੈ। ਇਹ ਸਾਰਾ ਅਹੁਦਾ ਐਕਟ ਵਿੱਚ ਨਹੀਂ, ਐਕਟ ਵਿੱਚ ਤਾਂ ਹਾਈ ਪ੍ਰੀਸਟ ਤੇ ਹੋਰ ਸਾਰੇ ਕੁਝ ਇਸ ਕਿਸਮ ਦੀਆਂ ਗੱਲਾਂ ਐਕਟ ਵਿੱਚ ਹੈ ਨਹੀਂ ਡਿਫਾਈਨ ਕੀਤਾ ਵਾ ਵੀ ਕੌਣ ਚੁਣੇਗਾ, ਕਿੱਥੋਂ ਹੋਏਗਾ। ਇਹ ਆਪਣੇ ਆਪ ਪੋਲੀਟੀਕਲ ਲੋੜਾਂ ਮੁਤਾਬਕ ਇਹਨਾਂ ਨੇ ਕਰਨਾ ਸ਼ੁਰੂ ਕਰਤਾ। ਇਹ ਸਾਰਾ ਕੁਝ ਬਾਅਦ ਚ ਹੋ ਗਿਆ ਸ਼ੁਰੂ। ਇਸ ਕਰਕੇ ਬੇਸਿਕ ਗੱਲ ਤਾਂ ਇਹ ਹੈ ਵੀ ਸਿੱਖ ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਵੀ ਅਸੀਂ ਤਾਂ ਇੱਥੇ ਜੀ ਦੇਸ਼ ਨਾਲ ਵੱਖ ਹੋ ਜਾਣਾ, ਅਸੀਂ ਤਾਂ ਇੱਕ ਵੱਖਰਾ ਹੀ ਆਪਦਾ ਸੂਬਾ ਸਿੱਖਾਂ ਦਾ ਬਣਾ ਲੈਣਾ, ਐਡੀਆਂ ਵੱਡੀਆਂ ਗੱਲਾਂ ਕਰਦੇ, ਪਹਿਲਾਂ ਆਪਦੇ ਅਕਾਲ ਤਖਤ ਨੂੰ ਤਾਂ ਯਾਦ ਨਹੀਂ ਕਰਾ ਸਕਦੇ। ਇਨਡਾਇਰੈਕਟਲੀ ਉਹ ਹਜੇ ਤੱਕ ਦਿੱਲੀ ਦੇ ਸੈਂਟਰ ਦੇ ਕੰਟਰੋਲ 'ਚ ਹੈ, ਐਕਟ ਦੇ ਰਾਹੀਂ ਕੰਟਰੋਲ 'ਚ ਹੈ। ਐਕਟ ਦੇ ਵਿਰੁੱਧ ਕੋਈ ਗੱਲ ਨਹੀਂ ਕਰਦੇ ਉਹ। ਤੁਸੀਂ ਦੇਖੋ, ਮੇਰੇ ਹਜੇ ਤੱਕ ਯਾਦ ਹੈ ਵੀ ਜਦੋਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਪਹਿਲਾ ਹੋਇਆ ਅਕਾਲ ਤਖਤ, ਜਿਹਦੇ ਥੱਲੇ ਅਕਾਲ ਤਖਤ ਦੀ ਸਾਰੀ ਬੂਟਾ ਸਿੰਘ ਦਾ ਬਣਾਇਆ ਅਕਾਲ ਤਖਤ ਜਿਹੜਾ ਸਰਕਾਰ ਨੇ ਬਣਾਇਆ ਸੀ, ਉਹ ਗਿਰਾਇਆ ਗਿਆ ਤੇ ਨਵਾਂ ਕਾਰ ਸੇਵਾ ਬਣਾਉਣ ਦਾ ਫੈਸਲਾ ਲਿਆ ਗਿਆ। ਉੱਥੇ ਐਸਜੀਪੀਸੀ ਰਿਜੈਕਟ ਕਰਤੀ ਸੀ ਵੀ ਇਹ ਐਸਜੀਪੀਸੀ ਐਕਟ ਅਸੀਂ ਰਿਜੈਕਟ ਕਰਦੇ ਆ। ਉਦੋਂ ਕੁਝ ਦਿਨਾਂ ਬਾਅਦ ਹੀ 29 ਅਪ੍ਰੈਲ ਨੂੰ 2-3 ਮਹੀਨੇ ਬਾਅਦ ਇਹਨਾਂ ਨੇ ਉੱਥੋਂ ਦਰਬਾਰ ਸਾਹਿਬ ਚੋਂ ਖਾਲਿਸਤਾਨ ਦਾ ਐਲਾਨ ਤਾਂ ਕਰਤਾ। ਐਸਜੀਪੀਸੀ ਬਾਰੇ ਕੀ ਹੋਊ ਕੀ ਨਹੀਂ ਹੋਊ ਕੋਈ ਚੁੱਪ ਬਾਰੇ, ਇਹ ਲੱਗਦਾ ਵੀ ਖਾਲਿਸਤਾਨ ਬਣਾ ਲਿਆ ਸਾਰਾ ਕੁਝ ਆਪੇ ਆਪ ਠੀਕ ਹੋ ਜਾਊਗਾ। ਇਹ ਵੀ ਤੁਸੀਂ ਜਿਹੜੀਆਂ ਬੇਸਿਕ ਗੱਲਾਂ ਤੁਸੀਂ ਪਹਿਲਾਂ ਮੁੱਢਲੇ ਲੈਵਲ ਦੀ ਆਜ਼ਾਦੀ ਲਈ ਤਾਂ ਲੜਦੇ ਨਹੀਂਗੇ, ਵੱਡੀ ਆਜ਼ਾਦੀ ਸਿਆਸੀ ਆਜ਼ਾਦੀ ਲਈ, ਪੋਲੀਟੀਕਲ ਆਜ਼ਾਦੀ ਲਈ ਤੁਸੀਂ ਵੱਡੀ ਲੜਾਈ ਦੇ ਦਾਅਵੇ ਕਰਦੇ ਹੋ। ਸਵਾਲ ਹੈ ਵੀ ਸਾਨੂੰ ਅਕਾਲ ਤਖਤ ਆਜ਼ਾਦ ਹੋਵੇ, ਸਾਡੇ ਧਾਰਮਿਕ ਅਦਾਰੇ ਆਜ਼ਾਦ ਹੋਣ, ਸਾਡੀ ਐਸਜੀਪੀਸੀ ਅਸੀਂ ਆਪ ਚੁਣ ਸਕੇ। ਜੇ ਅਸੀਂ ਆਪਦੇ ਅਦਾਰੇ ਨਹੀਂ ਚੁਣ ਸਕਦੇ, ਆਪਦੇ ਅਸੀਂ ਅਦਾਰਿਆਂ ਦੀ ਮੈਨੇਜਮੈਂਟ ਖੁਦ ਨਹੀਂ ਕਰ ਸਕਦੇ, ਉਹ ਦਿੱਲੀ ਦੇ ਰਾਹੀਂ ਹੋਵੇ, ਦਿੱਲੀ ਦੇ ਐਕਟ ਰਾਹੀਂ ਹੋਵੇ ਜਾਂ ਸੈਂਟਰ ਦੇ ਐਕਟ ਰਾਹੀਂ ਹੋਵੇ। ਹੁਣ ਪਹਿਲਾਂ ਪੰਜਾਬ ਦਾ ਐਕਟ ਹੁੰਦਾ ਸੀ, ਉਦੋਂ ਚਲੋ ਉਦੋਂ ਸਾਰਾ ਪੰਜਾਬ ਵੱਡਾ ਪੰਜਾਬ ਸੀ ਤੇ ਉਦੋਂ ਅੰਗਰੇਜ਼ਾਂ ਥੱਲੇ ਸੀ, ਉਹਦੇ ਰਾਹੀਂ ਹੁੰਦਾ ਸੀ। ਤੇ ਤੁਸੀਂ ਕੀ ਆਪਣੇ ਆਪ ਨੂੰ ਕਲੇਮ ਦਾਅਵਾ ਕਰ ਸਕਦੇ ਹੋ ਵੀ ਅਸੀਂ ਆਪਣਾ ਸਾਰਾ ਕੁਝ ਆਪ ਕਰ ਰਹੇ ਹਾਂ ਤੇ ਅਸੀਂ ਪੋਲੀਟੀਕਲ ਲੈਵਲ ਤੇ ਆਜ਼ਾਦ ਹਾਂ। ਜਦੋਂ ਧਾਰਮਿਕ ਲੈਵਲ ਤੇ ਆਜ਼ਾਦ ਨਹੀਂ, ਪੋਲੀਟੀਕਲ ਲੈਵਲ ਤੇ ਆਜ਼ਾਦ ਹੋਣਾ ਉਦੋਂ ਵੱਡੀ ਮੁਸ਼ਕਲ ਗੱਲ ਹੁੰਦੀ ਹੈ। ਇਸ ਕਰਕੇ ਇਹ ਜਿਹੜਾ ਕੰਮ ਹੁਣ ਭਗਵੰਤ ਮਾਨ ਕਰ ਰਿਹਾ, ਭਗਵੰਤ ਮਾਨ ਲੋਕਾਂ ਨੂੰ ਲੱਗਦਾ ਹੋਵੇ ਧਰਮ 'ਚ ਦਖਲ ਅੰਦਾਜ਼ੀ ਹੈ, ਪਰ ਸਵਾਲ ਹੈ ਵੀ ਜਿਹੜਾ ਇੱਕ ਇਹਨਾਂ ਦਾ ਕੰਟਰੋਲ ਬਾਦਲ ਪਰਿਵਾਰ ਦਾ ਤੁਰਿਆ ਆਉਂਦਾ ਪਿਛੇ 30-35 ਸਾਲਾਂ ਤੋਂ 40 ਤੋਂ, ਉਹਨੂੰ ਕਿਵੇਂ ਤੋੜਿਆ ਜਾਵੇ? ਸਿੱਖ ਤਾਂ ਤੋੜਦੇ ਨਹੀਂਗੇ। ਇਹ ਫਿਰ ਉੱਥੋਂ ਦਿੱਲੀ ਤੋਂ ਗਾਠ ਸਾਠ ਹੋ ਜਾਂਦੀ ਹੈ, ਉਹਦੇ ਨਾਲ ਕੋਈ ਤਾਂ ਅੰਦਰੋਂ ਅੰਦਰ ਹੀ ਸਾਰੇ ਸਮਝੌਤੇ ਹੋ ਜਾਂਦੇ ਦਿੱਲੀ ਨਾਲ, ਉਹ ਚੋਣ ਨਹੀਂ ਕਰਾਉਂਦੇ। ਇੱਕ ਵਾਰੀ ਵੀ ਬਾਦਲ ਸਰਕਾਰ, ਬਾਦਲ ਪਾਰਟੀ ਨੇ, ਅਕਾਲੀ ਦਲ ਨੇ ਕਦੇ ਵੀ ਚੋਣ ਦੀ ਗੱਲ ਨਹੀਂ ਕੀਤੀ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਕਰਾਈਏ, ਬਿਲਕੁਲ ਨਹੀਂ ਕਦੇ ਕਰਦੇ। ਕਿਤੇ ਵੀ ਰਿਕਾਰਡ ਤੇ ਹੈ ਨਹੀਂ ਪਿਛਲੇ 40 ਸਾਲਾਂ ਵਿੱਚ ਵੀ ਕਦੇ ਇਹਨਾਂ ਨੇ ਆਪ ਚੋਣ ਮੰਗੀ ਹੋਵੇ। ਤੋ ਇਸ ਕਰਕੇ ਕਬਜ਼ਾ ਇਹਨਾਂ ਦਾ ਚੱਲਿਆ ਆਉਂਦਾ। ਕਬਜ਼ਾ ਕਿਸ ਲੈਵਲ ਤੇ ਚੱਲਿਆ ਆਉਂਦਾ ਵੀ ਆਪਣੇ ਲਾਇਲ ਬੰਦੇ ਇੱਕ ਵਾਰੀ ਜਿਤਾ ਕੇ ਲੈ ਆਂਦੇ, ਮੁੜ ਕੇ ਇੱਕ ਟ੍ਰੈਡੀਸ਼ਨ ਜੀ ਬਣੀ ਤੁਰੀ ਆਉਂਦੀ ਹੈ ਤੇ ਪੰਥ ਨੂੰ ਖਤਰਾ, ਪੰਥ ਨੂੰ ਚਾਹੀਦਾ, ਪੰਥ ਦੇ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਨੇ ਪਿਛਲੇ ਦਿਨਾਂ 'ਚ ਇੱਕ ਸ਼੍ਰੋਮਣੀ ਪੰਥਕ ਬੋਰਡ ਬਣਾਇਆ ਸੀਗਾ
ਕਿ ਉਹਦੇ ਕਹਿਣਾ ਸੀਗਾ ਕਿ ਵੱਖ-ਵੱਖ ਪਾਰਟੀਆਂ ਜਿਹੜੀ ਚੋਣ ਹੈਗੀ ਹੈ, ਜਿਹੜੇ ਸ਼੍ਰੋਮਣੀ ਕਮੇਟੀ ਦੀ ਚੋਣ ਹੋਵੇ, ਉਹਦੇ 'ਚ ਜਿਹੜੇ ਉਮੀਦਵਾਰ ਹੋਣ, ਉਹ ਜਿਹੜੀ ਉਹ ਬੋਰਡ ਜਿਹੜਾ ਉਹਨਾਂ ਨੇ ਬਣਾਇਆ ਕਿ ਉਹਦੇ ਰਾਹੀਂ ਜਿਹੜੇ ਯੋਗ ਹੋਣਗੇ ਉਹਨਾਂ ਨੂੰ ਟਿਕਟ ਦੇ ਕੇ ਤੇ ਵੱਖ-ਵੱਖ ਪਾਰਟੀਆਂ ਤੋਂ ਹੋਣੇ ਚਾਹੀਦੇ, ਉਹ ਇੱਕੋ ਪਾਰਟੀ ਦੇ ਬੰਦੇ ਨਹੀਂ ਹੋਣੇ ਚਾਹੀਦੇ। ਇਸ ਦੇ ਬਾਰੇ ਤੁਹਾਡੀ ਕੀ ਕਹਿਣਾ ਹੈ? ਵੇਖੋ ਜੀ, ਜਦੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਕਮੇਟੀ ਜਿਹਦਾ ਨਾਮ ਹੀ ਰੱਖਿਆ, ਇਹ ਜਿੰਨਾ ਚਿਰ ਇਸ ਐਕਟ ਦੇ ਥੱਲੇ ਨਹੀਂ ਸੀ, ਇਹ ਜਦੋਂ 1920 ਚ ਬਣੀ ਹੈ, ਨਵੰਬਰ ਚ 1920 ਚ ਬਣੀ ਹੈ, ਉਸ ਵੇਲੇ ਇਹ 5 ਸਾਲ ਐਕਟ ਕਰਦੀ ਰਹੀ। ਉਹਦੇ ਥੱਲੇ ਹੀ ਗੁਰਦੁਆਰਾ ਸੁਧਾਰ ਮੂਵਮੈਂਟ ਲੜੀ, ਸਾਰੀ ਜਿਹੜੀ ਲੜੀ ਗਈ 25 ਤੱਕ, ਉਹਦੇ ਥੱਲੇ ਹੀ ਜਿੱਤਾਂ ਪ੍ਰਾਪਤ ਹੋਈਆਂ। ਉਹੀ ਸ਼੍ਰੋਮਣੀ ਕਮੇਟੀ ਸੀ ਅਸਲ, ਜਿਹੜੀ ਕਿ ਸਾਰਾ ਮਿਲ ਕੇ ਪੰਥ ਨੇ ਸਮਝੌਤੇ ਨਾਲ ਆਪਸ ਵਿੱਚ ਦੀ ਮਿਲ ਕੇ ਸਾਰੀ ਚੋਣ ਕੀਤੀ ਸੀ, ਜਿਹਦੇ ਚ 175 ਬੰਦੇ ਚੁਣੇ ਗਏ ਸੀ, ਤੇ ਉਹ 75 ਦੇ 75 ਬੰਦਿਆਂ ਨੂੰ ਅਕਾਲ ਤਖਤ ਤੇ ਆ ਕੇ ਸਹੁੰ ਚੁਕਵਾਈ ਗਈ ਸੀ। ਦਰਬਾਰ ਸਾਹਿਬ ਦੇ ਵੱਲੋਂ ਵੀ ਅਸੀਂ ਬਿਲਕੁਲ ਇਮਾਨਦਾਰੀ ਨਾਲ ਕੰਮ ਕਰਾਂਗੇ। ਇੱਥੇ ਆ ਕੇ ਅਕਾਲ ਤਖਤ ਤੇ ਪੇਸ਼ ਹੋਏ ਸੀ ਸਾਰੇ ਦੇ ਸਾਰੇ। ਉਦੋਂ ਪਿੱਛੋਂ ਸਾਰੀ ਗੱਲ ਖਤਮ ਕਰਤੀ, ਐਕਟ ਥੱਲੇ ਲੈ ਆਉਂਦੇ। ਜਦੋਂ ਦੀ ਐਕਟ ਥੱਲੇ ਕਮੇਟੀ ਆਈ ਹੈ, ਨਾ ਤਾਂ ਇਹਨਾਂ ਨੇ ਐਕਟ ਨੂੰ ਕਦੇ ਚੈਲੰਜ ਕੀਤਾ, ਗੁਰਦੁਆਰਾ ਐਕਟ ਨੂੰ, ਤੇ ਨਾ ਹੀ ਕੋਈ ਚੋਣ ਵਿੱਚ ਵੱਡੀ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹੀ ਸਾਡੇ ਪੁਰਾਣਾ ਸਿਸਟਮ, ਫਸਟ ਪਾਸ ਦਾ ਪੋਸਟ ਸਿਸਟਮ, ਜਿਹੜਾ ਇਲੈਕਸ਼ਨ ਸਿਸਟਮ ਹੈ, ਦੂਜੇ ਪਾਸੇ ਚੱਲਦਾ ਹੈ, ਤੇ ਉਹ ਆਪਣੇ ਆਪ ਵਿੱਚ ਰਿਪਰੈਜ਼ੈਂਟੇਟਿਵ ਹੈ ਨਹੀਂ, ਪ੍ਰਤੀਨਿਧਤਾ ਨਹੀਂ ਕਰਦਾ ਸਾਰੇ ਨਿੱਕੇ ਨਿੱਕੇ ਗਰੁੱਪਾਂ ਦੀ। ਇਸ ਕਰਕੇ ਪਿਛਲੀ ਵਾਰੀ ਵੀ ਬਿਲਕੁਲ ਕਲੀਅਰ ਗੱਲ ਹੋਈ ਹੈ ਇਸ ਦੇ ਬਾਰੇ। ਜਦੋਂ 11 ਚ ਹੋਇਆ ਸੀ, ਉਹਦੇ ਵਿੱਚ 35% ਚੋਣ ਸੀਟਾਂ ਜਿਹੜੇ ਵੋਟਾਂ ਲੈ ਗਏ ਸੀ, ਉਹਨਾਂ ਦੀ ਤਾਂ 35 ਸੀਟਾਂ ਆਈਆਂ ਸਾਰੀਆਂ ਐਸਜੀਪੀਸੀ ਦੀਆਂ, ਤੇ 42% ਲੈ ਕੇ ਬਾਦਲ 135 ਲੈ ਗਿਆ ਸੀ। ਤੋ ਇਸ ਕਰਕੇ ਉਦੋਂ ਦਾ ਇਹ ਕਾਬਜ ਤੁਰਿਆ ਆਉਂਦਾ। ਥੋੜੀ ਜੀ ਪਰਸੈਂਟੇਜ ਫਰਕ ਨਾਲ ਜਿਹਨੇ 35% ਲਏ ਆ, ਉਹਨੂੰ ਸੀਟਾਂ ਵੀ 35% ਮਿਲਣੀਆਂ ਚਾਹੀਦੀਆਂ। ਤੁਹਾਡਾ ਮਤਲਬ ਅਨੁਪਾਤ ਪ੍ਰਤੀਨਿਧਤਾ ਹੋਣੀ ਚਾਹੀਦੀ, ਅਨੁਪਾਤਕ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਟਿਵ ਹੋਣੀ ਚਾਹੀਦੀ ਆ। ਉਹ ਸਿਸਟਮ ਚਾਹੀਦਾ, ਅੱਜ ਕੱਲ ਸਾਰੀ ਦੁਨੀਆ ਤੇ ਬਣ ਗਿਆ। ਇਹਦੇ ਨਾਲ ਇਹਦਾ ਮਤਲਬ ਵੀ ਛੋਟਾ ਗਰੁੱਪ ਤਾਂ ਕਦੇ ਆ ਹੀ ਨਹੀਂ ਸਕੂਗਾ, ਜਿਹਦੇ ਕੋਲ ਵੱਡਾ ਗਰੁੱਪ ਹੈ ਉਹ ਉਹਦੇ ਤੇ ਕਾਬਜ ਹੋ ਜਾਂਦਾ। ਇਸ ਕਰਕੇ ਇਲੈਕਸ਼ਨ ਸਿਸਟਮ ਵੀ ਮਾੜਾ ਹੈ। ਪਹਿਲੀ ਗੱਲ ਤਾਂ ਐਕਟ ਹੀ ਆਪਣੇ ਆਪ 'ਚ ਗਲਤ ਹੈ। ਸਿੱਖਾਂ ਨੂੰ ਸਾਰਾ ਕੁਝ ਆਪਦੀ ਐਸਜੀਪੀਸੀ ਜਾਂ ਗੁਰਦੁਆਰਾ ਦੀ ਜਿਹੜੀ ਕਮੇਟੀ ਹੈ, ਜਾਂ ਗੁਰਦੁਆਰਾ ਦੀ ਮੈਨੇਜਮੈਂਟ ਕਮੇਟੀ ਹੈ, ਜਾਂ ਧਾਰਮਿਕ ਕਮੇਟੀ ਕੋ ਬਣਾਉਣੀ, ਉਹਨਾਂ ਨੂੰ ਆਪ ਬਣਾਉਣਾ ਚਾਹੀਦਾ। ਇਹ ਸਾਰੇ ਗੁਰਦੁਆਰਾ ਐਕਟ ਨੂੰ ਰਿਜੈਕਟ ਕਰਨਾ ਚਾਹੀਦਾ। ਇਹ ਰਿਜੈਕਟ ਨਹੀਂ ਕਰਦੇ, ਉਹਦੇ ਥੱਲੇ ਤਾਂ ਸਾਰੀ ਮਾਰ ਖਾਦੇ ਆ। ਹੁਣ ਇਸ ਕਰਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹਨੂੰ ਕੋਈ ਨੈਤਿਕ ਅਧਿਕਾਰ ਨਹੀਂ ਹੈ, ਆਪਣੇ ਇਸ ਨੂੰ ਭਗਵੰਤ ਮਾਨ ਨੂੰ? ਤੁਹਾਡੇ ਕੋਲੇ ਕਿਹੜਾ ਨੈਤਿਕ ਅਧਿਕਾਰ ਹੈ? ਤੁਸੀਂ ਕਬਜ਼ਾ ਕਰੀ ਬੈਠੇ ਹੋ 40 ਸਾਲ ਦੇ ਸ਼੍ਰੋਮਣੀ ਕਮੇਟੀ ਤੇ। ਬਾਦਲ ਇੱਕ ਪਰਿਵਾਰ ਕੋਲੇ ਕਿਹੜਾ ਅਧਿਕਾਰ ਹੈਗਾ? ਇਹ ਹੁਣ ਸਭ ਨੂੰ ਪਤਾ ਵੀ ਕਿਹਦੀ ਚੱਲਦੀ ਹੈ, ਕਿਹਦੇ ਕਹੇ ਸਾਰੇ ਜਥੇਦਾਰ ਅਪੁਆਇੰਟ ਹੁੰਦੇ ਆ, ਕਿਹਦੇ ਕਹੇ ਜਥੇਦਾਰ ਉਤਾਰੇ ਜਾਂਦੇ ਆ, ਸਭ ਨੂੰ ਪਤਾ। ਇਸ ਕਰਕੇ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ, ਤੇ ਇਸੇ ਕਰਕੇ ਉਸਨੇ ਲਿਆਂਦਾ ਵੀ ਹੈ। ਔਰ ਠੀਕ ਹੈ, ਅਗਲਾ ਪੋਲੀਟੀਕਲੀ ਇਹਨਾਂ ਨੂੰ ਖੱਜਲ ਖੁਆਰ ਕਰਨ ਦੇ ਲਈ ਅਕਾਲੀ ਦਲ ਨੂੰ ਤੇ ਇਸ ਕਰਕੇ ਸਾਰਾ ਕੁਝ ਜਿਹੜਾ ਇਹ ਆਪਣੇ ਆਪ ਵਿੱਚ ਸਾਰਾ ਗੜਬੜ ਹੋਈ ਵੀ ਆ। ਸਿੱਖਾਂ ਨੂੰ ਰਿਜੈਕਟ ਕਰ ਦੇਣਾ ਚਾਹੀਦਾ, ਟੋਟਲ ਖਤਮ ਕਰ ਦੇਣਾ ਚਾਹੀਦਾ ਐਕਟ। ਜਿੰਨਾ ਚਿਰ ਇਹ ਐਕਟ ਟੋਟਲ ਖਤਮ ਨਹੀਂ ਹੁੰਦਾ, ਉਹਨਾਂ ਚਿਰ ਜਿਹੜੀ ਚੋਣ ਹੈ ਉਹ ਪੰਜਾਬ ਗਵਰਨਮੈਂਟ ਕਰਾਵੇ। ਦਿੱਲੀ ਕਿਉਂ ਕਰਾਵੇ? ਜਿਹੜੀ ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਸਾਰਾ ਵੱਡਾ ਹਾਊਸ ਹੈ, ਸਾਰੇ ਦਾ ਸਾਰਾ ਪੰਜਾਬ 'ਚੋਂ ਚੁਣਿਆ ਜਾਂਦਾ। ਸਿਰਫ ਇੱਕ ਹੁਣ ਅੱਜ ਦੀ ਸਥਿਤੀ ਦੇ ਵਿੱਚ ਸਿਰਫ ਇੱਕ ਮੈਂਬਰ ਹਿਮਾਚਲ ਤੋਂ ਚੁਣਿਆ ਜਾਵੇਗਾ, ਬਾਕੀ ਇੱਕ ਚੰਡੀਗੜ੍ਹ ਤੋਂ। ਚੰਡੀਗੜ੍ਹ ਤੁਸੀਂ ਪੰਜਾਬ ਦਾ ਹਿੱਸਾ ਕਹਿ ਰਹੇ ਹੋ ਤਾਂ ਫਿਰ ਮੰਨੋ ਚੰਡੀਗੜ੍ਹ ਤਾਂ ਚਲੋ ਤੁਹਾਡਾ, ਉੱਥੇ ਹਜੇ ਵੀ ਸਿੱਖ ਬਹੁ ਗਿਣਤੀ 'ਚ ਹੈ ਚੰਡੀਗੜ੍ਹ 'ਚ। ਤੇ ਤੁਸੀਂ ਫਿਰ ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਜੀ ਚੋਣ ਹੈ ਜਿਹੜੀ ਇਹਨੂੰ ਦਿੱਲੀ ਕਰਾਵੇ। ਦਿੱਲੀ ਕਿਉਂ ਕਰਾਵੇ? ਲੋੜ ਪੈਣ ਤੇ ਹੁਣ ਤੁਸੀਂ ਦਿੱਲੀ ਨੂੰ ਐਸਜੀ ਸ਼੍ਰੋਮਣੀ ਕਮੇਟੀ ਵਾਲੇ ਕਹਿਣ ਲੱਗ ਗਏ। ਜਿਹੜਾ ਹੁਣ ਕਹਿੰਦੇ ਵੀ ਐਸਜੀਪੀਸੀ ਦਾ ਪ੍ਰਧਾਨ ਬੜਾ ਇਮਾਨਦਾਰ ਹੈ, ਉਹਦੀ ਇਮਾਨਦਾਰੀ ਨੂੰ ਕੀ ਕਰੋ ਜੇ ਲਾਲਚ 'ਚ ਪਿਆ ਹੋਇਆ ਵੀ ਉਹ ਪ੍ਰਧਾਨ ਬਣਨਾ ਚਾਹੁੰਦਾ, ਤੇ ਉਹ ਜੋ ਕੰਮ ਉਸ ਨੂੰ ਸੁਖਬੀਰ ਬਾਦਲ ਕਹੀ ਜਾਂਦਾ ਕਰੀ ਜਾਂਦਾ। ਇਸ ਕਰਕੇ ਉਹਦੀ ਕਾਹਦੀ ਇਮਾਨਦਾਰੀ ਆਪਣੇ ਆਪ 'ਚ? ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹਾ ਬੰਦਾ ਇੱਥੇ ਆ ਜਾਂਦਾ ਜਿਹਦੇ ਵੀ ਇਹ ਬੜਾ ਇਮਾਨਦਾਰ ਹੈ ਜੀ, ਇਹ ਹੁਣ ਪ੍ਰਧਾਨ ਹੈ, ਉਹਦੇ ਥੱਲੇ ਆਪਣਾ ਕੰਮ ਚਲਾਉਂਦੇ ਰਹਿੰਦੇ ਆ। ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ, ਇਹ ਗੁਰਦੁਆਰਾ ਰਿਜੈਕਟ ਹੋਣਾ ਚਾਹੀਦਾ। ਇਹ ਪੀਟੀਸੀ ਨੂੰ ਕੋਈ ਅਧਿਕਾਰ ਨਹੀਂ ਹੈ ਵੀ ਉਹ ਕਾਨੂੰਨ ਇੱਥੇ ਇਹ ਗੁਰਬਾਣੀ ਦੇ ਉੱਤੇ ਮਨੋਪਲੀ ਆਪਣੀ ਕਾਇਮ ਰੱਖੇ, ਉਹਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਬਿਲਕੁਲ ਨਹੀਂ ਚਾਹੀਦੀ। ਹੁਣ ਇਹ ਕੀ ਕਰਦੇ ਆ, ਕਿੰਨਾ ਕੁ ਠੀਕ ਕਰਦੇ ਆ, ਅਸੀਂ ਕਹਿ ਨਹੀਂ ਸਕਦੇ। ਜਿੰਨਾ ਚਿਰ ਹੋ ਨਹੀਂ ਰਿਹਾ, ਕਿਸ ਤਰ੍ਹਾਂ ਦੀ ਅਮੈਂਡਮੈਂਟ ਲਿਆਉਣਗੇ ਉਹ ਦੇਖਿਆ ਜਾਏਗਾ। ਪਰ ਫਿਲਹਾਲ ਜੇ ਇਹਨਾਂ ਨੂੰ ਅਮੈਂਡਮੈਂਟ ਲਿਆਉਣ ਦਾ ਹੱਕ ਨਹੀਂ, ਤਾਂ ਬਾਦਲ ਨੂੰ ਵੀ ਕੋਈ ਹੱਕ ਨਹੀਂ, ਬਾਦਲ ਪਰਿਵਾਰ ਨੂੰ ਵੀ ਇਸ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰੱਖੇ।
ਜਾਂ ਪੀਟੀਸੀ ਆਪਦਾ ਲਾ ਕੇ ਰੱਖੇ ਉੱਥੇ। ਤੁਹਾਨੂੰ ਪੀਟੀਸੀ ਕੀ ਵਾਲੇ ਲੱਗਦਾ ਕਮਰੇ ਸਿੱਧ ਵਿੱਚ ਸਾਹਿਬ ਕਿ ਜਿਹੜੀ ਹੁਣ ਚੋਣ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਦੀ, ਉਹ ਗਿਆਨੀ ਰਘਬੀਰ ਸਿੰਘ ਹੋਣੀ ਕੁਛ ਇਹਦੇ ਚ ਕਰ ਪਾਉਣਗੇ? ਕੀ ਕਰ ਪਾਉਣਾ? ਕੁਛ ਨਹੀਂ ਕਰ ਪਾਉਣਾ। ਉਹ ਤਾਂ ਫਿਰ ਉਹੋ ਜਿਹਾ ਬੰਦਾ ਲੱਭਿਆ ਜਾਂਦਾ। ਸਾਨੂੰ ਤਾਂ ਕੋਈ ਉਮੀਦ ਨਹੀਂ। ਇਸੇ ਕਰਕੇ ਹੁਣ ਆਨੰਦਪੁਰ ਸਾਹਿਬ ਚ ਇਸੇ ਮਹੀਨੇ ਚ ਇੱਕ ਮੀਟਿੰਗ ਵੀ ਹੋ ਰਹੀ ਹੈ, ਇਸ ਮਹੀਨੇ ਦੇ ਲਾਸਟ ਵੀਕ 'ਚ, ਜੂਨ ਦੇ ਚ, ਜਿਹਦੇ ਵਿੱਚ ਇਹ ਉਹ ਕੁਝ ਪੁਰਾਣੇ ਜਿਹੜੇ ਮਿਲੀਟੈਂਟ ਆ ਉਹ ਇਕੱਠੇ ਹੋ ਕੇ ਇਹ ਮੰਗ ਕਰ ਰਹੇ ਆ ਵੀ ਵਿਧੀ ਵਿਧਾਨ ਬਣਾਓ ਵੀ ਅਕਾਲ ਤਖਤ ਦਾ ਜਥੇਦਾਰ ਕਿਵੇਂ ਬਣੇਗਾ, ਕੀ ਹੋਏਗਾ। ਠੀਕ ਹੈ, ਉਹਨਾਂ ਨੂੰ ਕਰਨਾ ਚਾਹੀਦਾ ਸਾਰਾ ਕੁਝ। ਉਹਨਾਂ ਨੂੰ ਪਹਿਲਾਂ ਹੀ ਹੋਣਾ ਚਾਹੀਦਾ ਸੀ ਵੀ ਅਕਾਲ ਤਖਤ ਦਾ ਜਥੇਦਾਰ ਸਰਬ ਪ੍ਰਬੰਧ ਹੋਵੇ, ਉਸ ਨੂੰ ਸਾਰਾ ਸਿੱਖ ਪੰਥ ਚੁਣੇ। ਸਿੱਖ ਪੰਥ ਆਪਣੀ ਪਾਪੂਲੇਸ਼ਨ, ਆਪਣੇ ਹਰ ਗੁਰਦੁਆਰੇ ਦੀ ਪਾਰਟਿਸਿਪੇਸ਼ਨ ਇਹਦੇ ਚ ਹੋਣੀ ਚਾਹੀਦੀ ਹੈ। ਟੇਢੀ ਬਿੰਗੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਅਰੇਂਜਮੈਂਟ ਸਾਰੇ ਬਣ ਸਕਦੇ ਆ। ਇਹ ਇਲੈਕਟੋਰਲ ਕਾਲਜ ਆ ਜਿਹੜਾ ਜਿਹੜੇ ਖੜਾ ਸਿੱਖ ਕੀਤਾ ਗਿਆ, ਵਿਦੇਸ਼ਾਂ 'ਚ ਰਹਿ ਰਹੇ ਉਹਨਾਂ ਦੀ ਵੀ ਉਹਦੇ 'ਚ ਉਹਨਾਂ ਪਾਰਟਿਸਿਪੇਸ਼ਨ? ਦੀ ਬਿਲਕੁਲ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਜਦੋਂ ਪਾਰਟਿਸਿਪੇਸ਼ਨ ਨਹੀਂ ਕਰਦੇ, ਹੁਣ ਅਕਾਲੀ ਦਲ ਦਾ ਕੀ ਹੱਕ ਹੈ? ਉਹ 40 ਸਾਲ ਦਾ ਬੀਜੇਪੀ ਨਾਲ ਜੁੜਿਆ ਹੋਇਆ। ਦੂਜੇ ਪਾਸੇ ਜਦੋਂ ਲੋੜ ਪੈਂਦੀ ਹੈ ਕਹਿੰਦੇ ਜੀ ਸਾਡੇ ਚ ਦਖਲਅੰਦਾਜ਼ੀ। ਤੁਸੀਂ ਇਹਨੂੰ ਖੁਦ ਇਨਵਾਈਟ ਕਰਦੇ ਹੋ, ਉਹ ਸਾਧਦੇ ਹੋ, ਕੋਈ ਸਰਕਾਰ ਦਾ ਸੱਦਾ ਦਿੰਦੇ ਹਿੱਸਾ ਹੋ, ਰਹੇ ਹੋ, ਉਹ ਸਰਕਾਰ ਦਾ ਸਰਕਾਰ ਦਾ ਹਿੱਸਾ ਰਹੇ ਹਿੱਸਾ ਹੋ। ਰਹੇ ਹੋ, ਖੁਦ ਤੁਹਾਡੇ ਤੇ ਜਿਵੇਂ ਚੋਣ ਨਹੀਂ ਹੋਣ ਦਿੰਦੇ, ਇਹਦਾ ਮਤਲਬ ਤੁਸੀਂ ਸਰਕਾਰ ਦੀ ਜਿਹੜੀ ਹੈ ਉਹਦੀ ਸੱਦਾ ਉਸ ਨੂੰ ਦਿੰਦੇ ਹੋ ਵੀ ਸਾਡੇ ਗੁਰਦੁਆਰਾ ਬੰਦੋਬਸਤ ਵਿੱਚ ਤੂੰ ਦਖਲਅੰਦਾਜ਼ੀ ਕਰ। ਬਿਲਕੁਲ ਕਰ ਰਹੇ ਆ। ਇਸ ਕਰਕੇ ਇਹ ਸਾਰਾ ਜਿਹੜਾ ਹੁਣ ਤੱਕ ਦਾ ਜਿਹੜਾ ਇਹ ਸਾਰਾ ਆ ਰੌਲਾ ਰੱਪਾ ਪੈ ਗਿਆ, ਪੈਣਾ ਸੀ, ਇਹ ਬੜਾ ਲੇਟ ਹੋ ਗਿਆ। ਇਸ ਨੂੰ ਤਾਂ ਤੁਰਤ 25-30 ਸਾਲ ਪਹਿਲਾਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਸਾਡੇ ਤੇ ਇਹ ਥੋਪਿਆ ਗਿਆ ਸੀ ਐਕਟ ਅੰਗਰੇਜ਼ਾਂ ਵੱਲੋਂ। ਉਸ ਵੇਲੇ ਦੇ ਸਾਜ਼ਿਸ਼ ਦੇ ਤਰੀਕੇ ਨਾਲ ਥੋਪਿਆ ਗਿਆ ਸੀ ਸਾਡੇ ਤੇ ਇਹ ਐਕਟ, ਤੇ ਅਜੇ ਤੱਕ ਚੱਲੀ ਜਾਂਦਾ ਸਾਡੇ ਤੇ। ਸਾਡਾ ਤਾਂ ਉਹ ਐਕਟ ਸੀ ਜਿਹੜਾ 5.5 ਸਾਲ ਚੱਲਿਆ। ਐਕਟ ਬਣਨ ਤੋਂ ਪਹਿਲਾਂ ਜਿਹੜਾ ਸੀ ਆਪਦੇ ਆਪ ਅਸੀਂ ਅਕਾਲ ਤਖਤ ਤੇ ਜਾ ਕੇ ਇੱਕ 175 ਮੈਂਬਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ, ਉਹੀ ਨਾ ਹਜੇ ਤੱਕ ਚੱਲਿਆ ਹੁੰਦਾ। ਉਹਨੂੰ ਤੁਸੀਂ ਐਕਟ ਥੱਲੇ ਉਹ ਜੰਜੀਰਾਂ 'ਚ, ਐਕਟ ਦੀਆਂ ਜੰਜੀਰਾਂ 'ਚ ਬੰਨ੍ਹਤਾ ਇਹਨਾਂ ਨੇ। ਉਸ ਵੇਲੇ ਦੀ ਲੀਡਰਸ਼ਿਪ ਨੇ, ਵਿੱਚ ਮਾਸਟਰ ਤਾਰਾ ਸਿੰਘ ਸੀ, ਸਾਰੇ ਦਬ ਗਏ ਉਸੇ ਤੇ ਮੁੜ ਕੇ ਕਿਸੇ ਨੇ ਆਬਜੈਕਸ਼ਨ ਹੀ ਉਠਾਇਆ ਵੀ ਇਹ ਆਪਣੇ ਆਪ ਐਕਟ ਗਲਤ ਹੈ, ਨਹੀਂ ਹੋਣਾ ਚਾਹੀਦਾ। ਤੇ ਇਸ ਕਰਕੇ ਇਹ ਬਿਲਕੁਲ ਗਲਤ ਗੱਲ ਹੈ। ਇਹ ਤਾਂ ਬਿਲਕੁਲ ਜਿਸ ਤਰੀਕੇ ਦਾ ਦੂਜਾ ਪਾਵਰ ਸੱਤਾ ਚੁਣਨ ਵਾਲੇ ਐਕਟ ਹੈ, ਉਸ ਕਿਸਮ ਦਾ ਐਕਟ ਬਣਾਇਆ। ਧਾਰਮਿਕ ਐਕਟ ਕਦੇ ਇਸ ਤਰੀਕੇ ਨਾਲ ਨਹੀਂ ਹੁੰਦੇ। ਨਾਲੇ ਇਹ ਐਕਟ ਬਿਲਕੁਲ ਕਲੀਅਰ ਹੈ, ਇਹ ਐਕਟ ਗੁਰਦੁਆਰਾ ਫੰਡ ਦੇ ਮੈਨੇਜਮੈਂਟ ਲਈ ਹੈ। ਥੋੜਾ ਜਿਹਾ ਹਿੱਸਾ ਤੁਸੀਂ ਧਰਮ ਪ੍ਰਚਾਰ ਦਾ ਇਹਦੇ ਨਾਲ ਜੋੜਤਾ, ਮੇਨ ਨਹੀਂ ਹੈ। ਇਸ ਕਰਕੇ ਸਾਰਾ ਜਿਹੜਾ ਹੈ ਮਰਜ਼ਾਦਾ, ਧਰਮ ਪ੍ਰਚਾਰ, ਸਾਰਾ ਕੁਝ ਇਹਦੇ ਨਾਲ ਜੋੜ ਕੇ ਇਹ ਸਾਰੀ ਚੀਜ਼ ਨਵੇਂ ਤਰੀਕੇ ਨਾਲ ਸਿੱਖਾਂ ਨੂੰ ਆਪਦੀ ਬਣਤਰ ਬਣਾਉਣੀ ਪਵੇਗੀ। ਇਹਨੂੰ ਰਿਜੈਕਟ ਕਰਨਾ ਪਵੇਗਾ, ਤੇ ਨਹੀਂ ਤਾਂ ਫਿਰ ਆ ਸਾਰਾ ਕੁਝ ਸਾਰੇ ਦੂਜੇ ਜੋ ਵੀ ਹੈ ਬਾਹਰਲੇ ਬੰਦੇ, ਭਗਵੰਤ ਮਾਨ ਹੈ, ਆਮ ਆਦਮੀ ਪਾਰਟੀ ਹੈ, ਆਮ ਆਦਮੀ ਦੀ ਗਵਰਨਮੈਂਟ ਆ, ਉਹਨਾਂ ਨੂੰ ਦਖਲਅੰਦਾਜ਼ੀ ਕਰਨ ਦਾ ਪੂਰਾ ਹੱਕ ਹੈ। ਕਾਂਗਰਸ ਵੀ ਕਰੇ, ਬੀਜੇਪੀ ਜਦੋਂ ਉਹਦੇ ਤੇ ਦਖਲਅੰਦਾਜ਼ੀ ਕਰ ਰਹੀ ਹੈ, ਬਾਕੀਆਂ ਪਾਰਟੀਆਂ ਕਿਉਂ ਨਾ ਕਰਨਗੀਆਂ। ਤੋਂ ਇਸ ਕਰਕੇ ਇਹ ਜ਼ਰੂਰੀ ਹੈ ਵੀ ਇਹ ਸਾਰਾ ਕੁਝ ਹੋਏਗਾ। ਪਰ ਬਾਦਲ ਪਰਿਵਾਰ ਦੀ ਇਹ ਦੇਖੋ, ਇਹੋ ਜੀ ਆਪਣੀ ਪੀਟੀਸੀ ਦੀ ਮੋਨੋਪੋਲੀ ਨਹੀਂ ਛੱਡਣਾ ਚਾਹੁੰਦਾ। ਬੇਸ਼ੱਕ ਸਾਰਾ ਕੁਝ ਟੁੱਟ ਗਿਆ, ਸ਼੍ਰੋਮਣੀ ਕਮੇਟੀ ਅਕਾਲ ਵੀ ਟੁੱਟ ਗਈ, ਔਰ ਹਰਿਆਣੇ ਦੀ ਕਮੇਟੀ ਇਹਨਾਂ ਦੇ ਥੱਲੇ ਨਿਕਲ ਗਈ, ਪਰ ਬਾਦਲ ਪਰਿਵਾਰ ਕਬਜ਼ਾ ਨਹੀਂ ਆਪਦਾ ਛੱਡਣਾ ਚਾਹੁੰਦਾ। ਇਸੇ ਕਰਕੇ ਸਾਰਾ ਕੁਝ ਡਿਵੈਲਪਮੈਂਟ ਹੋਇਆ, ਤੇ ਅੱਜ ਵੀ ਉਸੇ ਡਿਵੈਲਪਮੈਂਟ ਦਾ ਛਿੱਟਾ ਇਹ ਹੈ ਜਿਹੜਾ ਭਗਵੰਤ ਮਾਨ ਹੁਣ ਅਮੈਂਡਮੈਂਟ ਲਿਆ ਰਿਹਾ। ਤੁਹਾਡੇ ਅਨੁਸਾਰ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਐਕਟ ਹੈਗਾ, ਸਿੱਖ ਇਹਨੂੰ ਰੱਦ ਕਰਨ? ਬਿਲਕੁਲ ਰੱਦ ਕਰਨ ਜੀ। ਸਿੱਖ ਐਕਟ ਹੀ ਸਿੱਖਾਂ ਦਾ ਨਹੀਂ ਹੈ। ਸਿੱਖਾਂ ਦਾ ਐਕਟ 5.5 ਸਾਲ ਸ਼੍ਰੋਮਣੀ ਕਮੇਟੀ ਜਿਹੜੀ ਉਹਨਾਂ ਦੀ ਵਲੰਟੀਅਰ ਲੈਵਲ ਤੇ ਬਣਾਈ ਸੀ, ਸਰਕਾਰ ਦੀ ਦਖਲਅੰਦਾਜ਼ੀ ਤੋਂ ਬਗੈਰ ਸੀ, ਉਹਦਾ ਵੱਡਾ ਸਬੂਤ 5.5 ਸਾਲ ਦਾ ਪਿਆ, ਜਿਹਦੇ ਵਿੱਚ ਉਹਨਾਂ ਨੇ ਗੁਰਦੁਆਰਾ ਸੁਧਾਰ ਸਾਰਾ ਲੜਿਆ। ਗੁਰਦੁਆਰਾ ਅੱਛਾ, ਇਹ ਗੁਰਦੁਆਰਾ ਇਹ ਸਾਰੀ ਗੱਲ ਨੂੰ ਆਪਣੇ ਸਿੱਖ ਧਿਆਨ 'ਚ ਰੱਖਣ ਵੀ ਇਹ ਜਿਹੜੀ ਪਹਿਲਾਂ ਸਾਡੀ ਆਪਣੀ ਬਣਾਈ ਹੋਈ ਕਮੇਟੀ ਸੀ, ਉਹਦੇ ਥੱਲੇ ਹੀ ਅਸੀਂ ਲੜ ਸਕੇ, ਉਹਦੇ ਥੱਲੇ ਹੀ ਸਾਰਾ ਕੁਝ ਹੋ ਸਕਿਆ। ਜਦੋਂ ਸਰਕਾਰੀ ਕਮੇਟੀ ਦੇ ਅਸੀਂ ਐਕਟ ਦੇ ਗੁਰਦੁਆਰਾ ਐਕਟ ਦੀ ਜਕੜ ਵਿੱਚ ਆ ਗਏ ਹਾਂ, ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਪੋਲਿਟਿਕਸ ਹੀ ਹੋਈ ਹੈ ਜਿਹੜੀ ਅੱਜ ਤੱਕ ਹੋ ਰਹੀ ਹੈ। ਔਰ 100 ਸਾਲ ਤੱਕ ਕੋਈ ਪਾਸਾ ਵੱਟ ਕੇ ਨਾ ਦੇਖੇ ਕੋਈ। ਬਿਲਕੁਲ ਸਿੱਖਾਂ ਦੇ ਵਿੱਚ ਸਮਝ ਨਹੀਂ ਆਉਂਦੀ ਵੀ ਸਿੱਖਾਂ 'ਚ ਇੰਟੈਲੀਜੈਂਸੀਆ ਕਿੱਥੇ ਗਿਆ, ਸਮਝਦਾਰ ਬੰਦੇ ਕਿੱਥੇ ਗਏ, ਇਹਨਾਂ ਨੂੰ ਪੋਲੀਟੀਕਲ ਸਮਝ ਹੈ ਕਿ ਨਹੀਂ ਸਮਝ, ਇਹ ਨਹੀਂ ਸਮਝ ਆਉਂਦੀ ਗੱਲ ਦੀ। ਹਾਂਜੀ ਇਸ ਸਭ ਇੱਕ ਇਹ ਵੀ ਇੱਥੇ ਸਵਾਲ ਉੱਠਦਾ ਹੈ
ਕਿ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਅਸੀਂ ਜੁਲਾਈ ਦੇ ਵਿੱਚ ਜਿਹੜੀ ਪੀਟੀਸੀ ਦੀ ਜਿਹੜੀ ਮਿਆਦ ਹੈ ਉਹ ਖਤਮ ਹੋ ਰਹੀ, ਜਿਹੜਾ ਕੋਈ ਐਗਰੀਮੈਂਟ ਪਹਿਲਾ ਹੈ, ਤਾਂ ਉਸ ਤੋਂ ਬਾਅਦ ਅਸੀਂ ਇਹਦੇ ਲਈ ਨਵੇਂ ਟੈਂਡਰ ਜਿਹੜੇ ਹੈ ਉਹ ਮੰਗ ਰਹੇ ਹਾਂ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਨੂੰ ਮੁਫਤ ਪ੍ਰਸਾਰਣ ਕਰਨ ਦੇ ਲਈ ਉਹ ਸੋਧ ਕਰ ਰਿਹਾ, ਉਹ ਸੋਧ ਨੂੰ ਤਾਂ ਅਜੇ ਟਾਈਮ ਲੱਗੇਗਾ ਉਹਦੇ ਇੰਪਲੀਮੈਂਟ ਹੋਣ ਨੂੰ ਸਾਰਾ। ਇਹਦਾ ਮਤਲਬ ਕਿ ਉਨੀ ਦੇਰ ਫਿਰ ਇਹ ਜਿਹੜਾ ਟੈਂਡਰ ਕਰਨ ਦਾ ਜਿਹੜਾ ਪ੍ਰੋਸੈਸ ਹੈ ਸ਼੍ਰੋਮਣੀ ਕਮੇਟੀ ਇਹਦੇ ਤੇ ਅੱਗੇ ਵਧੇਗੀ। ਦੇਖੋ, ਟੈਂਡਰ ਕਰਨ ਦਾ ਮਤਲਬ ਹੀ ਸੀ, ਟੈਂਡਰ ਕਰਨ ਦਾ ਮਤਲਬ ਹੀ ਪੀਟੀਸੀ ਨੂੰ ਦੇਣਾ ਹੈ। ਟੈਂਡਰ ਦਾ ਮਤਲਬ ਹੀ ਇਹੀ ਹੈ। ਟੈਂਡਰ ਦਾ ਮਤਲਬ ਪੀਟੀਸੀ ਨੂੰ ਦੇਣਾ ਹੈ। ਸਾਰਾ ਕੁਝ ਉਸੇ ਤਰੀਕੇ ਦੀਆਂ ਸਾਰੀਆਂ ਟੈਂਡਰ ਜਦੋਂ ਕੱਢੇ ਜਾਂਦੇ ਆ ਸ਼੍ਰੋਮਣੀ ਕਮੇਟੀ ਦੇ ਕਾਬਜ਼, ਸ਼੍ਰੋਮਣੀ ਕਮੇਟੀ ਉੱਤੇ ਬਾਦਲ ਪਰਿਵਾਰ ਹੋਵੇ, ਬਾਦਲ ਪਰਿਵਾਰ ਦੇ ਪੀਟੀਸੀ ਨੂੰ ਟੈਂਡਰ ਨਾ ਮਿਲਣ, ਇਹ ਕਿਵੇਂ ਪੋਸੀਬਲ ਹੋ ਸਕਦਾ? ਟੈਂਡਰ ਕੋਈ ਹੋਰ ਲੈ ਜੇ, ਜਾਂ ਤਾਂ ਉਹ ਜੇ ਹੋਰ ਲੈ ਜਾਣਗੇ ਕਿਸੇ ਹੋਰ ਨਾਂ ਥੱਲੇ ਵੀ ਪੀਟੀਸੀ ਦੇ ਬੰਦੇ ਜਾਂ ਇਹਨਾਂ ਦੀ ਬਾਦਲ ਪਰਿਵਾਰ ਦੀ ਮਾਲਕੀ ਹੋਊਗੀ। ਇਸ ਕਰਕੇ ਜਾਣ ਕੇ ਇਹਨਾਂ ਨੇ ਕਿਹਾ ਵੀ ਕੋਈ ਟੈਂਡਰ ਨਹੀਂ ਹੋਊ। ਜਿਹੜੀ ਅਨਾਉਂਸਮੈਂਟ ਆ ਭਗਵੰਤ ਮਾਨ ਵੱਲੋਂ, ਚੀਫ ਮਿਨਿਸਟਰ ਵੱਲੋਂ, ਇਹੀ ਹੈ ਵੀ ਕੋਈ ਟੈਂਡਰ ਨਹੀਂ ਹੋਣਾ। ਪਤਾ ਹੈ ਸਭ ਨੂੰ ਵੀ ਟੈਂਡਰ ਦੀ ਹੇਰਾਫੇਰੀ ਹੁੰਦੀ ਹੈ। ਇਸ ਕਰਕੇ ਟੈਂਡਰ ਵਾਲੀ ਹੇਰਾਫੇਰੀ ਹੈ ਜਿਹੜੀ, ਉਸ ਨੂੰ ਤਾਂ ਸਰਕਾਰ ਵੀ ਉਹਦੇ ਬਾਰੇ ਕਲੀਅਰ ਹੈ ਭਗਵੰਤ ਮਾਨ ਦੀ, ਤੇ ਉਹਨੂੰ ਰੋਕਣਗੇ ਵੀ ਸਹੀ। ਤਾਂ ਬੈਟਰ ਇਹ ਹੈ ਵੀ ਇਹ ਸਾਰੇ ਚੱਕਰ ਦੇ ਭੁਲੇਖਿਆਂ 'ਚ ਨਾ ਪੈਣ। ਅੱਗੇ ਇਹਨਾਂ ਨੇ ਬਹੁਤ ਭੁਲੇਖੇ ਪਾਏ ਸੀ ਵੀ ਹਰਿਆਣਾ ਕਮੇਟੀ ਅੱਡ ਨਹੀਂ ਹੋ ਸਕਦੀ, ਵਰਕ ਨਹੀਂ ਕਰ ਸਕਦੀ, ਉਹ ਤੁਹਾਡੇ ਸਾਹਮਣੇ ਕਰ ਰਹੀ ਹੈ। ਇਹ ਵੀ ਸਾਡਾ ਹਿੱਸਾ ਕਿਵੇਂ ਅੱਡ ਹੋ ਜੂ, ਸਾਰੇ ਕਿਸੇ ਵਿੱਚੋਂ ਬੁਰੇ ਤਰੀਕੇ ਨਾਲ ਫੇਲ ਹੋਈ ਹੈ ਇਹ ਆਪਣੀ ਐਸਜੀਪੀਸੀ। ਆਹੀ ਧਾਮੀ ਜਿਹੜਾ ਪ੍ਰਧਾਨ ਹੈ ਇਹੀ ਫੇਲ ਹੋਇਆ ਉਹਦੇ ਚੋਂ। ਕੋਰਟ 'ਚ ਵੀ ਕੋਈ ਰਿਲੀਫ ਨਹੀਂ ਮਿਲੀ, ਜਾ ਕੇ ਸੁਪਰੀਮ ਕੋਰਟ 'ਚ ਵੀ ਇਹਨਾਂ ਨੂੰ। ਤੇ ਇਸ ਕਰਕੇ ਕਿਹੜੇ ਭੁਲੇਖੇ ਤੇ ਕਿਹੜੇ ਆਪਦੀ ਖਾਮ ਖਿਆਲੀ 'ਚ ਫਿਰਦੇ ਆ, ਕਿਹੜੀ ਦੁਨੀਆ 'ਚ ਫਿਰ ਰਹੇ ਆ। ਹੁਣ ਇਹਨਾਂ ਦੇ ਹੱਥ ਨਹੀਂ ਕੁਝ ਆਉਣਾ, ਤੇ ਲੋਕ ਹੁਣ ਸਿਆਣੇ ਹੋ ਗਏ ਆ। ਚੱਲ ਗਿਆ ਜਿੰਨਾ ਚਿਰ ਕੰਮ ਚੱਲਣਾ ਸੀ। ਹਾਂਜੀ ਸਭ ਇੱਥੇ ਇੱਕ ਸਾਡਾ ਸਮਾਂ ਵੀ ਸਮਾਪਤ ਹੋ ਰਿਹਾ, ਤੇ ਤੁਸੀਂ ਇਹਦੇ ਤੇ ਕੋਈ ਹੋਰ ਆਖਰੀ ਗੱਲ ਕਹਿਣੀ ਹੋਵੇ ਤਾਂ? ਆਖਰੀ ਇਹੀ ਹੈ ਵੀ ਸਿੱਖਾਂ ਨੂੰ ਇਹ ਗੁਰਦੁਆਰਾ ਐਕਟ ਸਿੱਖਾਂ ਦੇ ਗਲ ਪਾਇਆ ਸੀ, ਮੜਿਆ ਸੀ, ਅੰਗਰੇਜ਼ੀ ਸਰਕਾਰ ਨੇ ਮੜਿਆ ਸੀ। ਇਹ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ। ਇਸ ਨੂੰ ਸਾਨੂੰ ਲਾਉਣਾ ਚਾਹੀਦਾ, ਤੇ ਅਸੀਂ ਲਾ ਕੇ, ਸਾਨੂੰ ਜੇ ਸਿੱਖ ਅਸੀਂ ਆਪਣਾ ਅਰੇਂਜਮੈਂਟ ਗੁਰਦੁਆਰਿਆਂ ਦੇ ਸਾਂਭਣ ਦਾ ਨਹੀਂ ਕਰ ਸਕਦੇ, ਉਹਨਾਂ ਦੇ ਪ੍ਰਬੰਧ ਦਾ ਨਹੀਂ ਕਰ ਸਕਦੇ, ਅਸੀਂ ਰਾਜ ਪ੍ਰਬੰਧ ਤੇ ਹੋਰ ਵੱਡੀਆਂ ਵੱਡੀਆਂ ਗੱਲਾਂ ਕਿਉਂ ਕਰਦੇ ਆ? ਇਸ ਕਰਕੇ ਜ਼ਰੂਰੀ ਹੈ ਵੀ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਅਸੀਂ ਆਪਦੇ ਗੁਰਦੁਆਰਿਆਂ ਦੀ ਮੈਨੇਜਮੈਂਟ ਆਪਣੇ ਹੱਥ 'ਚ ਲਈਏ, ਸਿੱਖਾਂ ਦੇ ਲਈਏ, ਸਿੱਖਾਂ ਵੱਲੋਂ ਹੀ ਸਾਰੀ ਚੋਣ ਹੋਵੇ, ਸਰਕਾਰਾਂ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ। ਮਿਨੋਰਿਟੀ ਦੇ ਵਿੱਚ ਤਾਂ ਖਾਸ ਕਰਕੇ, ਘੱਟ ਗਿਣਤੀ ਦੇ ਵਿੱਚ ਜੇ ਕਿਤੇ ਸਰਕਾਰ ਦੀ ਉਹਨਾਂ ਦੇ ਧਾਰਮਿਕ ਅਦਾਰਿਆਂ 'ਚ ਦਖਲਅੰਦਾਜ਼ੀ ਹੋ ਜਾਂਦੀ ਹੈ ਤਾਂ ਉਹ ਗੁਲਾਮੀ ਦਾ ਸਿੱਧਾ ਚਿੰਨ੍ਹ ਹੁੰਦਾ, ਸਿੱਧਾ ਨਿਸ਼ਾਨ ਹੁੰਦਾ। ਉਹ ਅਸੀਂ ਗੁਲਾਮੀ 'ਚ ਖੜੇ ਆ, ਤੇ ਇਸ ਕਰਕੇ ਆਜ਼ਾਦ ਹੋਣਾ ਤਾਂ ਜ਼ਰੂਰੀ ਹੈ ਵੀ ਅਸੀਂ ਧਾਰਮਿਕ ਲੈਵਲ ਤੇ ਸਭ ਤੋਂ ਪਹਿਲਾਂ ਆਜ਼ਾਦ ਹੋਈਏ, ਬਾਕੀ ਆਜ਼ਾਦੀ ਇਹਦੇ ਪਿੱਛੋਂ ਆ ਜਾਏਗੀ। ਹਾਂਜੀ, ਇਹ ਸਿੱਧੂ ਸਾਹਿਬ ਦੀ ਰਾਏ ਹੈ ਕਿ ਜਿਸ ਤਰ੍ਹਾਂ ਸਿੱਖ ਗੁਰਦੁਆਰਾ ਐਕਟ ਹੈਗਾ ਜਿਹੜਾ, ਇਸ ਨੂੰ ਸਿੱਖਾਂ ਨੂੰ ਰੱਦ ਕਰਨਾ ਚਾਹੀਦਾ, ਔਰ ਬਕਾਇਦਾ ਜਿਹੜੀ ਆਪਣੀ ਕਮੇਟੀ ਬਣਾ ਕੇ ਆਪਣੀ ਜਿਹੜੀ ਮੈਨੇਜਮੈਂਟ ਹੈ ਗੁਰਦੁਆਰਿਆਂ ਦੀ, ਉਸ ਵੱਲ ਅੱਗੇ ਵਧਣਾ ਚਾਹੀਦਾ, ਜਿਸ ਤਰ੍ਹਾਂ ਕਿ 1920 ਤੋਂ ਲੈ ਕੇ 1925 ਤੱਕ ਹੋਇਆ ਸੀ, ਉਸ ਢੰਗ ਨਾਲ ਜਿਹੜੀ ਹੈ ਇਹ ਸਾਰੀ ਗੁਰਦੁਆਰਿਆਂ ਦਾ ਪ੍ਰਬੰਧ ਚੱਲਣਾ ਚਾਹੀਦਾ। ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹ ਸਰਵ ਪ੍ਰਵਾਨਿਤ ਹੋਣਾ ਚਾਹੀਦਾ, ਤੇ ਉਹਦੇ ਲਈ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਕਿ ਉਸ ਦੀ ਕਿਸ ਤਰ੍ਹਾਂ ਨਿਯੁਕਤੀ ਹੋਏਗੀ, ਕਿਸ ਤਰ੍ਹਾਂ ਦਾ ਸੇਵਾ ਕਾਲ ਚੱਲੇਗਾ, ਤੇ ਕਿਸ ਤਰ੍ਹਾਂ ਦੀ ਸੇਵਾ ਮੁਕਤੀ ਹੋਏਗੀ। ਇਹ ਸਾਰੀਆਂ ਦੋ ਚੀਜ਼ਾਂ ਜਿਹੜੀਆਂ ਮੁੱਖ ਤੌਰ ਤੇ ਸਿੱਧੂ ਸਾਹਿਬ ਦੀ ਰਾਏ ਹੈ ਕਿ ਇਸ ਹੁਣ ਤਾਂ ਹੀ ਇਹ ਸਾਰਾ ਜਿਹੜਾ ਪ੍ਰਬੰਧ ਹੈ ਇਸ ਨੂੰ ਠੀਕ ਢੰਗ ਨਾਲ ਚਲਾਇਆ ਜਾ ਸਕਦਾ, ਤੇ ਗੁਰਬਾਣੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਹੈ ਉਹ ਤਾਂ ਹੀ ਵਧੀਆ ਢੰਗ ਨਾਲ ਹੋ ਸਕਦਾ ਹੈ, ਤੇ ਪੀਟੀਸੀ ਦੀ ਉਹਦੇ ਤੋਂ ਅਜ਼ਾਰੇਦਾਰੀ ਟੁੱਟ ਸਕਦੀ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ, ਜੇ ਤੁਹਾਡੀ ਇਸ ਪ੍ਰੋਗਰਾਮ ਬਾਰੇ ਕੋਈ ਰਾਏ ਹੋਵੇ, ਕੋਈ ਟਿੱਪਣੀ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ 'ਚ ਆ ਕੇ ਜਿਹੜੀ ਹੈ ਉਹ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ।